ਪਾਪ ਪੁੰਨ ਦੋਏ ਬੈਲ ਵਿਸਾਹੇ, ਪਵਨ ਪੂੰਜੀ ਪ੍ਰਗਾਸਿਓ। ਕ੍ਰਿਸ਼ਨਾ ਗੂਣ ਭਰੀ ਘਟ ਭੀਤਰ, ਇਨ ਬਿਦ ਟਾਂਡ ਵਿਸਾਇਓ। ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਨਜਾਰਾ। ਰਹਾਉ ਕਾਮ ਕ੍ਰੋਧ ਦੋਇ ਭਏ ਜਗਾਤੀ, ਮਨ ਤਰੰਗ ਬਟਵਾਰਾ। ਪੰਚ ਤਤ ਮਿਲ ਦਾਨ ਨਿਬੇਰਹਿ, ਟਾਂਡਾ ਉਤਰਿਓ ਪਾਰਾ। कहत कबीर सुनਹੁ रे संतो, अब ऐसी बन आई। घाटी चढ़त बैल एक थाका, चलो गोन छिटकाई। कहत कबीर सुनहुँ रे संतो, अब ऐसी बन आई। घाटी चढ़त बैल एक थाका, चलो गोन छिटकाई। सो वाहिगुरु जी का खालसा, वाहिगुरु जी की फतेह। परम सन्मानयोग जुगो जुग अटल, चवर छतर अति तखत दे मालक, बाणी के बोहे सर्ब सांझीवालता दे प्रतीक, शबद गुरु दसां ही पातशाहियां दी जोत। धन धन श्री गुरु ग्रंथ साहिब महाराज जी दी पावन पवित्र हजूरी। गुरुद्वारा दमदमा साहिब पातशाही पहली, पातशाही छेवीं महान पवित्र इतिहासक अस्थान ते विराजमान यात्रा कर रही बहुत ही सत्कारयोग गुरु रूप साध संगत जी, वडभागे हो जो अमृत वेले दी सांभ संभाल करदियां होया नींदर आलस आदि दा तर्क त्याग करके उद्यमी बनदियां होया गुरु चरनां विच पहुंच के आप जी ने गुरु सवारियां तो आशा की वार दे शब्द कीर्तन सरवण करके लाहे प्राप्त कीते हैं। सो गुरुदेव आप सारियां संगतां दी हाजरी दिल फुल सेवा भेटा अपने दर ते प्रवान करन सबना दियां शुभ मनोभावनावां महाराज संपूर्ण करन दे रोगता परिवारां विच परस्पर प्यार कारोबारां विच चढ़दी कला हजूर बख्शिश करन। आउण वाले समय विच भी साध संगत इस प्रकार असीं सारे गुरु चरनां विच जुड़ के गुरु की बख्शिश के पात्र बनते रहिए। उपरंत आप जी ने दास पासों हुणे हुणे
ਜੋ ਇੱਕ ਪਾਵਨ ਸ਼ਬਦ ਸਰਵਣ ਕੀਤਾ ਹੈ, ਸਤ ਸੰਗਤ ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੌੜੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 333 ਤੇ ਇਹ ਦਰਜ ਹੈ। ਆਪਾਂ ਰੋਜ਼ਾਨਾ ਪਿਛਲੇ ਕਾਫੀ ਸਮੇਂ ਤੋਂ ਲਗਭਗ 2 ਮਹੀਨਿਆਂ ਤੋਂ ਭਗਤ ਬਾਣੀ ਦੀ ਵਿਚਾਰ ਕਰ ਰਹੇ ਹਾਂ। ਦਾਸ ਤੋਂ ਪਹਿਲਾਂ ਭਾਈ ਨਰੈਣ ਸਿੰਘ ਜੋ ਸਵੇਰ ਦੀ ਕਥਾ ਦੀ ਹਾਜ਼ਰੀ ਭਰਦੇ ਸਨ, ਉਹਨਾਂ ਨੇ ਦੋਵੇਂ 12 ਗੌੜੀ ਰਾਗ ਦੀਆਂ ਸਮਾਪਤ ਕਰਕੇ ਤੇ ਭਗਤ ਬਾਣੀ ਦੀ ਕਥਾ ਪ੍ਰਾਰੰਭ ਕਰ ਦਿੱਤੀ ਸੀ। ਕਿਉਂਕਿ ਮੈਂ ਜਦੋਂ ਉਹਨਾਂ ਨੂੰ ਰਿਲੀਵ ਕਰਨਾ ਸੀ ਤੇ ਸੁਭਾਵਕ ਮੈਂ ਉਹਨਾਂ ਨੂੰ ਪੁੱਛਣਾ ਸੀ ਵੀ ਤੁਸੀਂ ਕਿੱਥੇ ਪਹੁੰਚੇ ਹੋ, ਤਾਂ ਉਹਨਾਂ ਮੈਨੂੰ 2 ਦਿਨ ਪਹਿਲਾਂ ਦੱਸਿਆ ਵੀ ਭਗਤ ਬਾਣੀ ਪ੍ਰਾਰੰਭ ਹੋ ਗਈ ਹੈ। ਕਿਉਂਕਿ ਭਗਤ ਕਬੀਰ ਸਾਹਿਬ ਦੇ ਜਿਤਨੀ ਵੀ ਭਗਤਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ, ਉਸ ਬਾਣੀ ਵਿੱਚੋਂ ਜੇ ਇਕੱਲੇ ਭਗਤ ਕਬੀਰ ਸਾਹਿਬ ਦੀ ਬਾਣੀ ਦੀ ਗੱਲ ਕਰੀਏ ਤੇ ਕਬੀਰ ਸਾਹਿਬ ਦੇ ਸਭ ਤੋਂ ਜ਼ਿਆਦਾ ਸ਼ਬਦ ਜਿਹੜੇ ਨੇ ਉਹ ਗੌੜੀ ਰਾਗ ਵਿੱਚ ਨੇ, ਔਰ ਇਹ ਪ੍ਰਾਰੰਭ ਹੋ ਗਈ ਹੈ। ਹੁਣੇ ਜਿੱਥੇ ਸ਼ਬਦ ਸਮਾਪਤ ਹੋਣੇ ਨੇ, ਫਿਰ ਅਸ਼ਟਪਦੀਆਂ ਆਉਣੀਆਂ ਨੇ, ਔਰ ਫਿਰ ਅੱਗੇ ਲੰਬੀਆਂ ਬਾਣੀਆਂ ਕਬੀਰ ਸਾਹਿਬ ਦੀਆਂ ਚੱਲਣੀਆਂ ਨੇ, ਜਿਹਦੇ ਵਿੱਚ ਗੌੜੀ 52 ਅੱਖਰੀ ਆਉਣੀ ਹੈ, ਉਹ 15 ਥਿੱਤਾਂ ਦੀ ਵਿਆਖਿਆ ਕੀਤੀ ਗਈ ਹੈ। ਫਿਰ 7 ਵਾਰ ਸੋਮਵਾਰ ਨੂੰ ਕੀ ਕਰਨਾ ਚਾਹੀਦਾ। ਇੱਕ ਤੇ ਵਹਿਮ ਨੇ ਨਾ ਵੀ ਸਿਰ ਨਹੀਂ ਧੋਣਾ, ਜਾਂ ਭਾਈ ਹੁਣ ਫਲਾਣਾ ਵਾਰ ਹੈ ਤੇ ਕੰਮ ਸ਼ੁਰੂ ਨਹੀਂ ਕਰਨਾ, ਵਾਰ ਬੁੱਧ ਕੰਮ ਸੁੱਧ, ਇਦਾਂ ਦੀਆਂ ਗੱਲਾਂ ਵੀ ਜੁੜੀਆਂ ਨਾ ਪਿਆਰਿਓ। ਤੋ ਬਾਣੀ ਸਾਨੂੰ ਵਾਰਾਂ ਦੇ ਆਧਾਰ ਤੇ ਕੀ ਕਹਿੰਦੀ, ਸੋਮਵਾਰ ਕੀ ਕਰਨਾ ਚਾਹੀਦਾ ਹੈ, ਮੰਗਲਵਾਰ ਕੀ ਕਰਨਾ ਚਾਹੀਦਾ ਹੈ, ਇਸੇ ਤਰ੍ਹਾਂ ਬੁੱਧ ਵੀਰ ਸ਼ੁੱਕਰ ਸ਼ਨੀਵਾਰ ਕੀ ਕਰਨਾ ਚਾਹੀਦਾ। ਭਾਈ ਅਸੀਂ ਪਾਂਧਿਆਂ ਕੋਲੋਂ ਨਾ ਪੁੱਛੀਏ, ਪੰਡਿਆਂ ਕੋਲੋਂ ਨਾ ਪੁੱਛੀਏ। ਜਦੋਂ ਗੁਰੂ ਗ੍ਰੰਥ ਸਾਹਿਬ ਦੱਸਦੇ ਪਏ ਨੇ ਵੀ 1 ਤਰੀਕ ਨੂੰ ਕੀ ਕਰਨਾ ਹੈ, 2 ਤਰੀਕ ਨੂੰ ਕੀ ਨਹੀਂ ਕਰਨਾ, 3 ਨੂੰ ਕਿੱਦਾਂ ਦਾ ਕੰਮ ਹੋਣਾ ਚਾਹੀਦਾ, ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ ਐਤ ਦੀ ਫਿਰ ਅੱਗੇ ਵਿਆਖਿਆ ਕੀਤੀ ਹੈ। ਉਦੋਂ ਪਹਿਲਾਂ 15 ਥਿੱਤੀ 7 ਵਾਰ ਕਹਿ ਕਬੀਰ ਉਰਵਾਰ ਨਾ ਪਾਰ, ਤੋ ਉਦੋਂ ਪਹਿਲਾਂ ਕੱਲੇ ਕਿਸੇ ਨੂੰ ਕੋਈ ਕਹੇ ਜੀ ਕੱਕੇ ਦੇ ਕੀ ਅਰਥ ਨੇ, ਤੇ ਉਹ ਕਹੇਗਾ ਜੀ ਕੱਕੇ ਦੇ ਕੋਈ ਅਰਥ ਥੋੜਾ ਹੁੰਦੇ ਨੇ। ਪਰ ਸਾਡੇ 35 ਮਹਾਂਪੁਰਸ਼ ਇਸ ਤਰ੍ਹਾਂ ਦੇ ਬਾਣੀਕਾਰ ਨੇ, ਉਹ ਕਹਿੰਦੇ ਕੱਕੇ ਦੇ ਵੀ ਅਰਥ ਹੁੰਦੇ ਨੇ, ਕੱਲੇ ਖੱਖੇ ਦੇ ਵੀ ਅਰਥ ਹੁੰਦੇ ਨੇ, ਔਰ ਪੂਰੀ 52 ਅੱਖਰੀ ਦਾ ਉਹਨਾਂ ਕੱਲੇ ਅੱਖਰ ਤੋਂ ਉਪਦੇਸ਼ ਜਿਹੜਾ ਉਹ ਬਖਸ਼ਿਸ਼ ਕੀਤਾ। ਬੜਾ ਸਵਾਦਲਾ ਵਿਸ਼ਾ ਵਾਹਿਗੁਰੂ ਨੇ ਇਤਫਾਕ ਬਣਾਇਆ ਹੈ। ਰੁੱਤ ਬੜੀ ਮਿੱਠੀ ਆ ਗਈ ਏ। ਆਉਣ ਵਾਲੇ ਸਮੇਂ ਜਿਹੜੇ ਥੋੜੇ ਬਹੁਤੇ ਪੱਖੇ ਚੱਲਦੇ ਨੇ ਉਹ ਵੀ ਬੰਦ ਹੋ ਜਾਣਗੇ, ਔਰ ਬਿਲਕੁਲ ਪਿਨ ਡ੍ਰੌਪ ਸਾਇਲੈਂਟ ਵਾਲਾ ਵਾਤਾਵਰਨ ਬਣੇਗਾ। ਬੜੇ ਸੁੰਦਰ ਵਿਸ਼ੇ ਆ ਰਹੇ ਨੇ। ਜੇ ਗੁਰੂ ਨੇ ਕਿਰਪਾ ਕੀਤੀ, ਸਵਾਸਾਂ ਦੀ ਪੂੰਜੀ ਉਤਨੀ ਹੋਰ ਬਖਸ਼ਿਸ਼ ਕੀਤੀ, ਤੇ ਆਉਣ ਵਾਲੇ ਸਮੇਂ 'ਚ ਆਪਾਂ ਸਾਰੇ ਇਸ ਬੜੇ ਸਵਾਦਲੇ ਵਿਸ਼ਿਆਂ ਦੇ ਉੱਤੇ ਗੁਰੂ ਕੀ ਗੋਦ ਵਿੱਚ ਬੈਠ ਕੇ ਵਿਚਾਰ ਕਰਿਆ ਕਰਾਂਗੇ। ਸੋ ਆਓ ਭਾਈ, ਅੱਜ ਜੋ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਵਿਚਾਰਧੀਨ ਹੈ, ਉਸ ਦੀ ਵਿਚਾਰ ਪ੍ਰਾਰੰਭ ਕਰੀਏ। ਸੋ ਜਿਤਨੇ ਸਰੀਰ ਗੁਰੂ ਚਰਨਾਂ ਵਿੱਚ ਬਰਾਜੇ ਹੋ, ਆਓ ਰੋਜ਼ਾਨਾ ਦੀ ਤਰ੍ਹਾਂ ਸਤ ਸੰਗਤ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਰਸਨਾ ਪਵਿੱਤਰ ਕਰੋ। ਔਰ ਜਦੋਂ ਇਸ ਤਰ੍ਹਾਂ ਦੀ ਬਿਧ ਬਣੇ ਨਾ ਬਿਧ ਪਿਆਰਿਓ, ਉਦੋਂ ਵਾਹਿਗੁਰੂ ਆਖਣ ਲੱਗੇ ਪਿਆਰਿਓ ਸੰਗਿਆ ਨਾ ਕਰੋ, ਕਿਉਂਕਿ ਕੋਈ ਸੰਗਣ ਵਾਲਾ ਕੰਮ ਨਹੀਂਗਾ, ਇਹ ਬਹਾਦਰੀ ਹੈ। ਐਸੇ ਲੋਕ ਜਿਹੜੇ ਰਸਨਾ ਨਾਲ ਵਾਹਿਗੁਰੂ ਦਾ ਨਾਮ ਲੈਂਦੇ ਨੇ, ਸਤ ਸੰਗਤ ਬਾਣੀਕਾਰ ਤੇ ਉਹਨਾਂ ਤੋਂ ਸਦਕੇ ਜਾਂਦੇ ਨੇ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੇ। ਮਹਾਰਾਜ ਤਿਨਾ ਕੇ ਹਜ਼ੂਰ ਕਰਨਗੇ ਲੈਣ ਜੋ ਤੇਰਾ ਨਾਉ। ਫਿਰ ਦੁਹਰਾ ਕੇ ਕਹਿੰਦੇ ਨੇ ਲੈਣ ਜੋ ਤੇਰਾ ਨਾਉ ਤਿਨਾ ਕੇ ਹੋ ਸਦ ਕੁਰਬਾਨੇ ਜਾਉ। ਫਿਰ ਅਸੀਂ ਕਿਉਂ ਵਾਹਿਗੁਰੂ ਆਖਣ ਲੱਗੇ ਸੰਗਨੇ ਆ? ਸੰਗਿਆ ਨਾ ਕਰੋ ਭਾਈ, ਜਗਿਆ ਨਾ ਕਰੋ, ਭਿੱਜ ਕੇ ਪਿਆਰ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ। ਹਾਰਦਿਕ ਧੰਨਵਾਦ। ਗੌੜੀ
प्रारंभ ਵਿੱਚ ਲਿਖਿਆ ਹੈ, ਰੋਜ਼ ਬੇਨਤੀ ਕਰਨੇ ਆ ਵੀ ਇਹਦਾ ਇਤਨਾ ਕੁ ਮਤਲਬ ਹੈ ਵੀ ਇਹਨੂੰ ਗੌੜੀ ਰਾਗ ਵਿੱਚ ਹੀ ਗਾਣਾ। ਹੁਣ ਦਰਗਾਹੀ ਬੋਲ ਨੇ, ਪਾਪ ਪੁੰਨ ਦੋਏ ਬੈਰ ਵਿਸਾਹੇ, ਪਵਨ ਪੂੰਜੀ ਪ੍ਰਗਾਸਿਓ, ਤ੍ਰਿਸ਼ਨਾ ਗੂਨ ਭਰੀ ਘਟ ਭੀਤਰ, ਇਨ ਬਿਦ ਟਾਣ ਵਿਸਾਏ। ऐसा नायक राम हमारा, सगल संसार कियो बंजारा रहाओ। इथों गल शुरू करिए। इत्थे नन्हे कन्ना ईडी शियारी कक्का नायक दे अर्थ कीते गए ने शाह जी, सरमाएदार व्यक्ति। पर किते किते नायक दे अर्थ शाह ना करके आगू कीते गए ने, हालांकि सेंस उत्थे भी यही है। जिवें तुम दाते ठाकुर प्रतिपालक नायक खसम हमारे, उत्थे नायक दे अर्थ आगू कीते गए। एक नायक शब्द है, एक खलनायक दा विपरीत शब्द है, पर इत्थे नायक दे अर्थ टीकाकारां ने, विद्वानां ने, क्योंकि साडे लोकां नूं भी ते उन्हां दा ही सहारा लैना पैंदा ना, जिहड़े बड़े बड़े वड्डे एक्सपर्ट ने, जिहड़े एक किस्म दे पंथ प्रवानित हो गए ने। हुण तुसीं देखो दरबार साहब बाहर हुक्मनामा लिखिया, 2 पंक्तियां, और उन्हां 2 पंक्तियां दे थल्ले अर्थ लिखे हुंदे, तो आखिर किसी विद्वान नूं ते फॉलो कीता जा रहा ना। तो जिन्हों मरकजे कौम फॉलो कर रही है वो एक किस्म का प्रवानित विद्वान हो गया, तो उन्हां दा सहारा विचारवानां नूं भी लैना पैंदा। क्योंकि एक समस्या यह भी है भी स्टेज ते संगत विच जदों कोई गल दसी जाती है तो उहदे बारे कोई किंतु परंतु हो जाए तो यह भी पूछा जाता भी तुसीं इहनूं कोट कित्थों कीता, तुसीं इहनूं कित्थों कोट कीता, इह किहन लिखिआ। तो खैर उत्थे नायक दे अर्थ आगू, इत्थे नायक दे अर्थ ने शाह। ऐसा नायक राम हमारा, सगल संसार कियो बंजारा। इहनूं समझ लो। हुण असीं अपने आले दुआले वेखीए ते जिद्दां लोकी कारोबार शुरू करन वास्ते किसी बैंक कोलों लोन लै लैंदे, जां असीं सरकारी लोन उहनूं कह दिंदे, क्योंकि बैंक मोस्टली सरकारी हुंदे ने, हालांकि प्राइवेट भी हैगे। जिस तरह बैंक लोन देंदे ने ते लोग लोन लै के उन्हां कोलों पूंजी लै के ते उहदे नाल अपना कारोबार शुरू करते हैं भी असीं किश्तां विच तुहानूं इह जिहड़ा है रिटर्न करी जांगे, साडा कारोबार चल पाए। इह संसार दा बड़ा पुरानी रवायत है। शाह कोलों पैसे लैणे ते कारोबार करना, उहदे विचों ओहदी ब्याज मूल जोड़ के उहनूं वापस करना। हालांकि इह सौखी खेड नहीं, क्योंकि ब्याज जिहड़ी है ना साध संगत, वो इंसान जागदा होवे, भावें सुता होवे, भावें बैठा होवे, भावें खलोता होवे, भावें रात होवे, भावें दिन होवे, भावें सुबह होवे, भावें शाम होवे, वो मीटर चलदा ही रहिंदा, तो मीटर नहीं बंद होता। तो ये वेखा वेखी नहीं होना चाहिए, सोच समझ के होना चाहिए भी मैं इनू हैंडल कर लवांगा कि नहीं। कदी कदी ज्यादा कमाण दे चक्कर च ना जिहड़ी थोड़ी बहुती पूंजी हुंदी है वो भी जाती रहिंदी है। पर यह बड़ी पुरानी रवायत है बई शाह कोलों शाह हुंदे उदों ये हुण पिछे जे काम बदलिया, नहीं तो जिहड़ियां आड़तियां कोल बहियां हुंदियां सन वो बकायदा रजिस्टर्ड हुंदियां सन, ਉਹਦੇ ਵਿੱਚ ਲਿਖ ਲੈਣਾ, किसान ਕੋਲੋਂ अंगूठा लवा लेना। ਉਹ किसान कहना भी की फर्क पैंदा, उत्ते बैठिया बैठिया चाह लै आओ जी, ठंडा लै आओ जी, सरदार जी माड़ा जिहा ला दिओ अंगूठा, ला दिंदे शाह जी, वो ला देना। ਉਹਨੂੰ पता नहीं सी भी वो बाकायदा रिकोगनाइज्ड है गौरमेंट वालों। वो जदों ਉਹਦੇ ਕੋਲੋਂ हर 3 महीने बाद ब्याज ਉਹਦੀ बनानी, फिर वो मूल च जोड़ देनी, फिर अगले 3 महीने बाद फिर ਉਹਦੀ ब्याज बनानी, फिर मूल च जोड़ देनी। और हुण किसान नूं ते आमदनी 6 महीने बाद आउणी है ना, शाम नूं ते नहीं ना गल्ला खोलना भी वटक किन्नी हो गई है। उन्हें 6 महीने ਉਹਦੇ ਚ बाकायदा इन्वेस्ट करने, खेचल भी करनी, और कदी कदी काम बिगड़ जाना तो फिर कबीर साहब वर्गियां नूं कहना पिया भी मोहे ऐसे बन जिससे नहीं ना काम, काज जित घट है मूल नित बढ़े ब्याज। कदी कदी मूल नालों ब्याज भी बच जाता।
ਹੁਣ ਅੱਜ ਕੁਝ ਇਸ ਤਰ੍ਹਾਂ ਦੇ ਵਣਜ ਦੀ ਗੱਲ ਚੱਲ ਰਹੀ ਹੈ। ਕਬੀਰ ਸਾਹਿਬ ਕਹਿੰਦੇ ਨੇ ਵੀ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਆ ਬਣਜਾਰਾ। ਬਣਜਾਰਾ ਵਣਜ ਤੋਂ ਬਣਿਆ। ਵਣਜ ਬਿਜ਼ਨਸ, ਵਪਾਰ, ਸੌਦਾਗਰੀ, ਕਾਰੋਬਾਰ। ਸ਼ਾਹ ਪ੍ਰਮਾਤਮਾ ਹੈ, ਅਸੀਂ ਸਾਰੇ ਵਣਜਾਰੇ ਹਾਂ, ਅਸੀਂ ਸਾਰੇ ਵਪਾਰੀ ਹਾਂ, ਅਸੀਂ ਸਾਰੇ ਬਿਜ਼ਨਸਮੈਨ। ਤੇ ਜਿਹੜਾ ਸਾਨੂੰ ਲੋਨ ਪ੍ਰੋਵਾਈਡ ਕਰਦਾ ਹੈ ਬਿਜ਼ਨਸ ਵਿੱਚ ਇਨਵੈਸਟ ਕਰਨ ਵਾਸਤੇ, ਉਹ ਸ਼ਾਹ ਹੈ। ਹੁਣ ਜੀ ਸ਼ਾਹ ਕੋਲੋਂ ਤੇ ਅਸੀਂ ਕੈਸ਼ ਲੈਨੇ ਆ ਔਰ ਉਹਨੂੰ ਇਨਵੈਸਟ ਕਰਨੇ ਆ ਤੇ ਵਪਾਰ ਚੱਲਦਾ ਹੈ। ਰੱਬ ਸ਼ਾਹ ਨੇ ਸਾਨੂੰ ਕੀ ਦਿੱਤਾ ਤੇ ਅਸੀਂ ਕੀ ਇਨਵੈਸਟ ਕੀਤਾ? ਰੱਬ ਨੇ ਸਾਨੂੰ ਸਵਾਸਾਂ ਰੂਪੀ ਪੂੰਜੀ ਦੇ ਕੇ ਇਸ ਪ੍ਰਿਥਵੀ ਤੇ ਉਤਾਰਿਆ ਵੀ ਜਾਓ ਜਾ ਕੇ ਵਪਾਰ ਕਰੋ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਇੱਕ ਥਾਂ ਤੇ ਬੜਾ ਸੋਹਣਾ ਜ਼ਿਕਰ ਕੀਤਾ ਹੈ। ਕਹਿੰਦੇ ਨੇ ਵੀ ਆਤਮਾ ਨੂੰ ਪ੍ਰਮਾਤਮਾ ਨੇ ਕੋਲ ਸੱਦਿਆ, ਇਉਂ ਬਿਠਾਇਆ ਕੋਲ, ਮੇਰੇ ਕੋਲ ਬੈਠ, ਮੇਰੀ ਗੱਲ ਧਿਆਨ ਨਾਲ ਸੁਣ, ਮੈਂ ਤੈਨੂੰ ਧਰਤੀ ਤੇ ਭੇਜਣਾ ਹੈ। ਹੁਣ ਉਸ ਆਤਮਾ ਨੂੰ ਤਾਂ ਪਤਾ ਹੀ ਨਹੀਂ ਸੀ ਧਰਤੀ ਹੁੰਦੀ ਕੀ ਹੈ। ਉਹ ਕਹਿਣ ਲੱਗੇ ਜੀ ਧਰਤੀ ਕੀ ਹੁੰਦੀ ਹੈ, ਧਰਤੀ ਕਿੱਥੇ ਹੁੰਦੀ ਹੈ? ਉਹਨੇ ਕਿਹਾ ਤੈਨੂੰ ਸਭ ਪਤਾ ਲੱਗ ਜਾਏਗਾ। ਉੱਥੇ ਕੁਝ ਸਿਸਟਮ ਇਸ ਤਰ੍ਹਾਂ ਦਾ ਹੈ ਵੀ ਜਿਵੇਂ ਤੁਸੀਂ ਇੱਥੇ ਚੌਂਕੜੀਆਂ ਮਾਰ ਕੇ ਬੈਠੇ ਹੋ, ਏਦਾਂ ਨਹੀਂ। ਉੱਥੇ ਇੱਕ ਤੁਹਾਨੂੰ ਸਰੀਰ ਮਿਲਣਾ, ਵਹੀਕਲ ਮਿਲਣਾ, ਇੱਕ ਰੱਥ, ਇੱਕ ਰਥਵਾ ਵਾਲੀ ਅਵਸਥਾ ਬਣਨੀ ਹੈ। ਉਸ ਰਥਵਾ ਨੂੰ ਗਰਮੀ ਵੀ ਲੱਗਦੀ ਹੈ, ਸਰਦੀ ਵੀ ਲੱਗਦੀ ਹੈ, ਭੁੱਖ ਵੀ ਲੱਗਦੀ ਹੈ, ਪਿਆਸ ਵੀ ਲੱਗਦੀ ਹੈ, ਨੀਂਦ ਵੀ ਆਉਂਦੀ ਹੈ, ਢਿੱਲਾ ਮੱਠਾ ਵੀ ਹੁੰਦਾ। ਉਹਦੀਆਂ ਜ਼ਰੂਰਤਾਂ ਹੁੰਦੀਆਂ ਨੇ, ਉਹਦੀ ਰਿਕੁਆਇਰਮੈਂਟ ਹੁੰਦੀ ਹੈ। ਤੁਹਾਨੂੰ ਉੱਥੇ ਭੇਜਣਾ ਹੈ, ਪਰ ਤੁਸੀਂ ਉੱਥੇ ਜਾ ਕੇ ਨਾਮ ਜਪਣਾ। ਤੇ ਮਹਾਰਾਜ ਜਿਹੜੀਆਂ ਤੁਸੀਂ ਜ਼ਰੂਰਤਾਂ ਦੀ ਗੱਲ ਕੀਤੀ ਹੈ, ਕਹਿ ਲਗੇ ਉਹ ਤੇਰੀਆਂ ਮੈਂ ਪੂਰੀਆਂ ਕਰਾਂਗਾ, ਉਹ ਮੇਰੀ ਜ਼ਿੰਮੇਵਾਰੀ ਹੈ, ਮੇਰੀ ਗਰੰਟੀ ਹੈ। ਬਸ ਤੂੰ ਇੱਕ ਕੰਮ ਕਰਨਾ, ਤੂੰ ਨਾਮ ਜਪ। तो भाई गुरदास कहते ने, फिर वो कह लगा जी सत बचन असन बसन संग लीने बचन दीने। परमात्मा कोलों मंग के असन बसन कुली गुली ते जुली लैके पृथ्वी ते आया भी मैं नाम जपांगा। जन्म लै साध संग श्री प्रभ ते आए हैं, मैं जन्म लैके संगत विच गुरु 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 जपया करा। पर फिर अगली सत्र में भाई साहब लिखते ने भी इत्थे आउंदियां सार ऐसी हवा लगी, वो सारे वायदे भुल गए। जिवें कहंदे ने लागत पवन खसम बिसराया, जिवें हवा लगी मालक भुल गया। हुण ते इस तरह भी कहना शुरू कर दिता भी इसकी जरूरत ही कोनी गी, नाम जपण की जरूरत है। ये साडी बॉडी दे विच सैल ने, वो एक दिन बिल्कुल खर्च हो जाने ने। जिवें बैटरी वीक हो जाती है, खत्म हो जाती है, तो उन्होंने सुट देता है। इदू मगरों कोई आत्मा बाहर नहीं निकलती, कोई पुनर्जन्म नहीं, कोई लेखा नहीं, कोई जोखा नहीं, कोई हिसाब किताब नहीं। हुण जदों बाणी पढ़ीए तो महाराज कहते हैं लिख है बोलन बोलना, लिख है खाना खाओ, लिख है साह लवाइयां, पढ़े के पुछण जाओ। बई इस मामले च गुरु नानक साहब कहते पढ़िया लिखिया नूं पुछण ना किते चला जाए बई लेखा हुंदा है कि नहीं। चलिया ये हुंदा ही, तू जिहड़ा बोलना है ना, चंगा बोलना है माड़ा बोलना है, ਇਹਦਾ भी लेखा मीनस गणित, गणित मीन मैथेमैटिक्स, मैथेमैटिक्स मीनस हिसाब। किन्ना चंगा बोलिया, किन्ना माड़ा बोलिया, किन्ना मिठा बोलिया, किन्ना कौड़ा बोलिया, किन्नी बार बोल के तू दूजिया ने आत्मावां वलूंदरियां, ये तेरे तो हिसाब लिया जाना। क्योंकि जे तो पिरिया दी सिक हिआओ ना ठाए कई दा। जे रब नूं मिलना चाहुंदा है ते एक गल का ध्यान रखी, किसी का दिल ना तोड़ी। इस तरह का बचन ना कभी जिदे नाल कोई हार्ट हो जाए, जिदे नाल कोई मतलब उदास हो जाए, दुखी हो जाए, ना बोलिया कर। इस ये लेखा लिया जाना। कित्थे लिखिया है? पढ़ो लेखा है बोलन बोलना, लिख है खाना खाओ। जिहड़ा तू खाना है इहदा हिसाब लिया, खांदा बहुत वधिया से, बोलदा बहुत गंदा से, खांदा बहुत ज्यादा से, ना मुक्का ही को नहीं सा जपदा। इसलिए तेरे खाने का भी हिसाब होना। इथों तक लिख है साह लवाइया, जिन्ने तू साह लेना है, किन्ने सफल किते, किन्ने साह जाया किते, तेतों यह भी पूछा जाए। देखो ना, बापू ने किला पैली का वेच के पुत्र नूं विदेश भेज दिता।
ਬਈ ਪੁੱਤਰ ਜਾ ਕੇ ਕਮਾਈ ਕਰੇਗਾ ਤੇ ਉਹ ਜਿਹੜਾ ਕਿੱਲਾ ਵੇਚਿਆ ਉਹ ਵੀ ਲਵਾਂਗੇ ਤੇ ਕਿੱਲਾ 2 ਕਿੱਲੇ ਹੋਰ ਵੀ ਲਵਾਂ। ਮੈਂ ਫੋਨ ਸੁਣਾ, ਇੱਕ ਮੁੰਡਾ ਮੁਸਲਮਾਨਾਂ ਦਾ ਸਿਆਲਕੋਟ ਜ਼ਿਲ੍ਹੇ ਦਾ, ਸਨੋ ਪਵੇ -20 ਟੈਂਪਰੇਚਰ, ਪੰਪ ਤੇ ਲੱਗਾ ਹੋਇਆ, ਉਹ ਆਪਣੇ ਪਿਓ ਨੂੰ ਫੋਨ ਕੀਤਾ ਉਹਨੇ, ਅੱਬੂ ਆਖੇ, ਅੱਬੂ ਮੈਂ ਬਹੁਤ ਪਰੇਸ਼ਾਨ ਹਾਂ। ਉਹ ਕਹਿੰਦਾ ਵੀ ਕੀ ਹੋਇਆ ਹੈ? ਉਹ ਕਹਿੰਦਾ ਅੱਬੂ ਲੱਖ ਲੱਖ ਤੱਕ ਸਨੋ ਹੈ ਔਰ ਉਤੋਂ ਹੋਰ ਪੈ ਰਹੀ ਹੈ ਔਰ ਬੇਲਚੇ ਨਾਲ ਹਟਾਣੀ ਪੈ ਰਹੀ ਹੈ ਉਸ ਫਿਊਲ ਭਰਨ ਵਾਸਤੇ। ਅੱਬੂ ਮੈਂ ਬੜਾ ਤੰਗ ਆ, ਮੈਂ ਬੜਾ ਦੁਖੀ ਹਾਂ ਇੱਥੇ। ਉਹ ਕਹਿੰਦਾ ਪੁੱਤਰ ਵਾਪਸ ਨਾ ਆਵੀਂ, ਤੂੰ ਉੱਥੇ ਤੰਗ ਹੈ, ਤੇਰੇ ਬਾਹਰ ਜਾਣ ਕਰਕੇ ਇੱਥੇ ਸਾਰਾ ਪਿੰਡ ਤੰਗ ਹੈ ਵੀ ਇਹਦਾ ਮੁੰਡਾ ਉੱਥੇ ਪੈਸੇ ਬੜੇ ਕਮਾਉਂਦਾ ਹੈ। ਹੁਣ ਬਾਪੂ ਨੂੰ ਤੇ ਇਹੀ ਉਮੀਦ ਹੁੰਦੀ ਹੈ ਨਾ ਪੁੱਤਰ ਤੋਂ। ਪੁੱਤਰ ਉੱਥੇ ਕਦੀ ਕਿਸੇ ਪੱਬ 'ਚ ਟੁਰ ਜਾਏ, ਕਦੀ ਕਿਸੇ ਕਲੱਬ 'ਚ ਟੁਰ ਜਾਏ, ਕਿਤੇ ਲਿਕੁਇਡ ਸਟੋਰ ਦੇ ਸਾਹਮਣੇ ਖੜਾ ਹੋ ਕੇ 2 ਲੀਟਰ ਦੀ ਇਕੱਠੀ ਹੋਈ ਲਿਕੁਇਡ ਦੀ ਗੇਲਣ ਚੁੱਕ ਲੈ, ਸਾਰਾ ਦਿਨ ਪੀਏ। ਇਹ ਕੋਈ ਖਬਰ ਨਹੀਂ ਬਈ ਵੀਜ਼ਾ ਵੀ ਮੇਰਾ ਐਕਸਪਾਇਰ ਹੋਣ ਦੇ ਕਰੀਬ ਹੈ, ਤੇ ਫਿਰ ਜਦੋਂ ਵੀਜ਼ਾ ਐਕਸਪਾਇਰ ਹੋ ਜਾਏ ਫਿਰ ਉਹ ਪਕੜ ਕੇ ਉਹਨੂੰ ਡਿਪੋਰਟ ਕਰਨ, ਤੇ ਉਹ 에ਅਰਪੋਰਟ ਤੇ, ਲਾਹੌਰ ਦੀ 에ਅਰਪੋਰਟ ਤੇ ਉਤਰੇ, ਮਾਂ ਪਿਓ ਲੈਣ ਆਏ ਹੋਣ ਤੇ ਪਿਆਰਿਓ ਮਾਂ ਪਿਓ ਤੇ ਫਿਰ ਵੀ ਆਉਂਦਾ ਹੈ, ਪਰ ਉਹਦੀ ਅਵਸਥਾ ਕੀ ਹੋਵੇਗੀ ਇਹ ਤੇ ਆਪਾਂ ਅਨੁਮਾਨ ਲਗਾ ਸਕਦੇ ਹਾਂ ਨਾ, ਜਿਹੜਾ ਸਭ ਕੁਝ ਗਵਾ ਕੇ ਆ ਗਿਆ। ਇਹ ਤੇ ਇੱਕ ਦ੍ਰਿਸ਼ਟਾਂਤ ਹੈ। ਦਾਸਤਾਂਤ ਕੀ ਹੈ? ਅਸੀਂ ਸਾਰੇ ਵੀਜ਼ਾ ਲੈ ਕੇ ਆਏ ਹਾਂ, ਉਹ ਜਿੱਦਣ ਐਕਸਪਾਇਰ ਹੋ ਗਿਆ ਨਾ, ਇੱਕ ਹੋਰ ਪ੍ਰੋਬਲਮ ਹੈ, ਇਹ ਵੀਜ਼ਾ ਐਕਸਟੈਂਡ ਵੀ ਕੋਈ ਨਹੀਂ ਹੁੰਦਾ। ਉਹ ਤੇ ਐਕਸਟੈਂਡ ਹੋ ਜਾਂਦਾ ਨਾ, ਇਹ ਐਕਸਟੈਂਡ ਕੋਈ ਨਹੀਂ ਹੁੰਦਾ। ਉੱਥੇ ਤੇ ਲੁਕ ਛੁਪ ਕੇ ਵੀ ਰਹਿ ਲਈਦਾ ਨਾ, ਇੱਥੇ ਲੁਕ ਛੁਪ ਕੇ ਵੀ ਨਹੀਂ ਰਹਿਣ ਦਿੰਦਾ। ਔਰ ਜਦੋਂ ਐਕਸਪਾਇਰ ਹੋ ਜਾਂਦਾ ਹੈ ਉਹ ਪਕੜ ਲੈਂਦੇ ਨੇ। ਜਬ ਜਮ ਆਏ ਕੇਸ ਗਏ ਪਕੜੈ, ਤਾ ਦਿਨ ਕਿਛ ਨਾ ਬਸਾਹੇਗਾ, ਉਦਣ ਤੇਰੀ ਕੋਈ ਪੇਸ਼ ਨਹੀਂ ਜਾਣੀ। ਤੇ ਫਿਰ ਤੈਨੂੰ ਪੁੱਛਿਆ ਜਾਣਾ, ਲਿਖ ਹੈ ਬੋਲਣ ਬੋਲਣਾ, ਲਿਖ ਹੈ ਖਾਣਾ ਖਾਓ, ਲਿਖ ਹੈ ਸਾਹ ਲਵਾਈਏ, ਪੜ੍ਹੇ ਕੇ ਪੁੱਛਣ ਜਾਓ। ਮੈਂ ਡਰਾਂਦਾ ਨਹੀਂ, ਡਰਨ ਦੀ ਨਹੀਂ ਲੋੜ, ਸਿਰਫ 5 7 10 ਮਿੰਟ ਕੱਢ ਕੇ ਵਾਗਰੂ ਵਾਗਰੂ ਕਰਨਾ ਹੈ, ਹੋਰ ਕੁਛ ਨਹੀਂ ਕਰਨਾ। ਤੁਰੇ ਜਾਂਦਿਆਂ ਵਾਗਰੂ ਵਾਗਰੂ ਕਰਨਾ ਹੈ, ਵਿਚਰਦਿਆਂ ਵਾਗਰੂ ਵਾਗਰੂ ਕਰਨਾ ਹੈ। ਅੱਠੇ ਪੈਰ ਕਰੋ ਤੇ ਕਿਆ ਬਾਤ ਹੈ, ਬਸ 5 7 10 ਮਿੰਟ ਵੀ ਕਰ ਲਓ ਤੇ ਮੇਰਾ ਖਿਆਲ ਹੈ ਫਿਰ ਵੀ ਕੋਈ ਭੌਜਲ ਨਹੀਂ ਆਵੇ। ਮੋਬਾਈਲ ਨੂੰ 10 ਕੁ ਮਿੰਟ ਹੀ ਚਾਰਜ ਕਰਨੇ ਆ, ਫਿਰ ਕੰਮ ਚੱਲ ਜਾਂਦਾ। 10 ਕੁ ਮਿੰਟ ਹੀ ਆਪਣੇ ਆਪ ਨੂੰ ਚਾਰਜ ਕਰ ਲਈਏ ਤੇ ਫਿਰ ਸ਼ਾਇਦ ਉਹ ਖਿਮਾ ਕਰਦਾ ਹੈ, ਸ਼ਾਇਦ ਉਹ ਮਾਫ ਕਰਦਾ ਹੈ। ਮੈਂ ਅਰਜ਼ ਕਰ ਰਿਹਾ ਸਾਂ ਬਈ ਪ੍ਰਮਾਤਮਾ ਨੇ ਸਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਇੱਥੇ ਵਪਾਰ ਕਰਨ ਭੇਜਿਆ। ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ, ਹਜ਼ੂਰ ਉੱਥੇ ਬਖਸ਼ਿਸ਼ ਕਰਦੇ ਨੇ, ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭ ਹੈ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ, ਸੋ ਦੇਖੈ ਪਤੀਆ। ਇਹ ਵਣਜਾਰੇ ਜੀਵ ਇਸਤਰੀਓ ਵਪਾਰ ਕਰੋ। ਕਿਹੜਾ ਵਪਾਰ ਕਰੀਏ? ਦਰਗਹਿ ਨਿਭੈ ਖੇਪ ਤੁਮਾਰੀ। ਉਹ ਵਪਾਰ ਕਰੋ ਜਿਹੜਾ ਦਰਗਾਹ ਵਿੱਚ ਕਬੂਲ ਹੋ ਜਾਏ। ਤੋ ਕਬੀਰ ਸਾਹਿਬ ਮਹਾਰਾਜ ਅੱਜ ਸਾਨੂੰ ਖਬਰਦਾਰ ਕਰ ਰਹੇ ਨੇ, ਭਾਈ ਨਾਮ ਜਪੋ। ਸਵਾਸ ਲਗਾਤਾਰ ਮਨਫੀ ਹੋ ਰਹੇ ਨੇ, ਪਤਾ ਨਹੀਂ ਲੱਗਦਾ ਪਿਆਰਿਓ। ਤੁਸੀਂ ਨਾ ਸਾਡੇ ਆਪਣੇ ਸ਼ਹਿਰ 'ਚ ਆਪਣੇ ਗਵਾਂਢ ਇੱਥੇ ਨਹਿਰ ਹੈ, ਮੈਨੂੰ ਨਹੀਂ ਪਤਾ ਹੁਣ ਪਾਣੀ ਚੱਲ ਰਿਹਾ ਕਿ ਨਹੀਂ। ਜੇ ਚੱਲਦਾ ਹੋਵੇ ਨਾ ਤੇ ਤੁਸੀਂ ਉਹਦੇ ਕੰਢੇ ਤੇ ਖੜੇ ਹੋ ਕੇ ਦੇਖਣਾ, ਬੈਠ ਕੇ ਦੇਖਣਾ, ਤੁਹਾਨੂੰ ਲੱਗੇਗਾ ਕੁਝ ਬਦਲ ਨਹੀਂ ਰਿਹਾ, ਪਰ ਹਰ ਪਲ ਬਦਲ ਰਿਹਾ। ਤੁਸੀਂ ਜਿਸ ਨਹਿਰ ਦੇ ਕਿਨਾਰੇ 15 ਮਿੰਟ ਪਹਿਲਾਂ ਆ ਕੇ ਖੜੇ ਹੋਏ ਸੋ, ਉਹ ਤੇ ਫਿਰੋਜ਼ਪੁਰ ਰੋਡ ਨੂੰ ਵੀ ਪਾਰ ਕਰ ਗਈ ਹੈ। ਇਹ ਤੇ ਨਵੀਂ ਨਹਿਰ ਹੈ, ਪਤਾ ਨਹੀਂ ਲੱਗਦਾ। ਅਸੀਂ ਦੇਖਦੇ ਹਾਂ ਕੁਛ ਨਹੀਂ ਬਦਲ ਰਿਹਾ। ਹੁਣ ਸਵਾਸਾਂ ਦਾ ਕਾਰਵਾਂ ਲਗਾਤਾਰ ਸਾਡੇ ਕੋਲੋਂ ਗੁਜ਼ਰ ਰਿਹਾ, ਮਨਫੀ ਹੋ ਰਿਹਾ। ਸਵਾਸਾਂ ਦਾ ਕਾਰਵਾਂ ਸਾਡੇ ਕੋਲੋਂ ਗੁਜ਼ਰ ਰਿਹਾ, ਸਾਡੇ ਕੋਲੋਂ ਲੰਘ ਰਿਹਾ, ਮਨਫੀ ਹੋ ਰਿਹਾ। ਪਰ ਜਿਵੇਂ ਪਾਣੀ ਦੇ ਕਿਨਾਰੇ ਤੇ ਖੜੇ ਹੋ ਕੇ ਪਤਾ ਨਹੀਂ ਲੱਗਦਾ, ਇਸ ਤਰ੍ਹਾਂ ਸਵਾਸਾਂ ਦਾ ਵੀ ਪਤਾ ਨਹੀਂ ਲੱਗਦਾ।
ਨਦੀ ਵਾਂਗੂ ਸਵਾਸਾਂ ਦਾ ਕਾਫਲਾ ਬਹਿੰਦਾ ਜਾਂਦਾ ਨਾ, ਵਗਦਾ ਜਾਂਦਾ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਅਸੀਂ ਕਦੀ ਉਹਦੇ ਵੱਲ ਨਿਗਾਹ ਹੀ ਨਹੀਂ ਮਾਰੀ। ਮਿਥਿਆ ਮੋਹ ਬੰਧੈ ਨਿਤ ਪਾਰਤ, ਮਿਥਿਆ ਝੂਠੇ ਪਾਰਤ ਚ ਬੰਨ ਨੂੰ, ਅਸੀਂ ਉਹ ਝੂਠੇ ਬੰਨ ਨੂੰ ਬੰਨਨੇ ਆ ਜਿਹੜੇ ਸਾਡੇ ਕੰਮ ਨਹੀਂ ਆਉਂਦੇ, ਤੇ ਸਾਡੇ ਸਵਾਸਾਂ ਦਾ ਕਾਫਲਾ ਸਾਡੇ ਕੋਲੋਂ ਨਹੀਂ ਲੰਘਦਾ ਜਾ ਰਿਹਾ, ਲਗਾਤਾਰ ਮਨਫੀ ਹੋ ਰਿਹਾ। ਮੈਂ ਜਿਹੜੀ ਸੁਸਾਇਟੀ ਵਿੱਚ ਰਹਿਣਾ ਵਾਂ, 75 ਕੁ ਘਰ ਨੇ ਉੱਥੇ, 25 ਫਲੈਟ ਨੇ, ਔਰ ਸੈਕੰਡ ਫਲੋਰ ਤੱਕ ਨੇ 25 30 75 ਵਿੱਚੋਂ ਕੁਝ NRI ਨੇ, ਉਹਨਾਂ ਦੇ ਬੰਦ ਪਏ ਰਹਿੰਦੇ ਨੇ, ਕੁਝ ਉਂਝ ਹੀ ਤਾਲਾ ਮਾਰ ਗਏ ਨੇ, ਮੇਰੇ ਕੋਲ 50 ਕੁ ਘਰ ਰਹਿੰਦੇ ਹੋਣੇ। WhatsApp ਭਰਿਆ ਹੁੰਦਾ, ਹੈਪੀ ਬਰਥਡੇ, ਹੈਪੀ ਬਰਥਡੇ ਫਲਾਣਿਆ, ਹੈਪੀ ਬਰਥਡੇ ਫਲਾਣਿਆ। ਹੁਣ ਉਹ ਦੇਖਣਾ ਇਸ ਕਰਕੇ ਪੈਂਦਾ ਵੀ ਕਈ ਵਾਰ ਉਹਦੇ ਚ ਕੋਈ ਆਫੀਸ਼ੀਅਲ ਇਨਫੋਰਮੇਸ਼ਨ ਵੀ ਹੁੰਦੀ ਹੈ ਸੁਸਾਇਟੀ ਵਾਸਤੇ। ਹੁਣ ਤੁਸੀਂ ਵੇਖੋ, ਗੱਲ ਉਸ ਸੁਸਾਇਟੀ ਦੀ ਨਹੀਂ, ਗੱਲ ਸਾਰੇ ਸੰਸਾਰ ਦੀ। ਬਰਥਡੇ ਸਾਰਿਆਂ ਨੂੰ ਯਾਦ ਹੈ, ਡੈਥ ਡੇ ਕੌਣ ਯਾਦ ਕਰੇਗਾ ਜੀ? ਇੱਕ ਸਿੱਕਾ ਹੈ, ਉਹਦੇ ਇੱਧਰ ਬਰਥ ਲਿਖਿਆ, ਇੱਧਰ ਡੈਥ ਲਿਖਿਆ। ਤੂੰ ਬਰਥ ਨੂੰ ਤੇ ਦੇਖ ਰਿਹਾ ਹੈ, ਇਹ ਡੈਥ ਨੂੰ ਕੌਣ ਦੇਖੇਗਾ? ਬਰਥਡੇ ਤੇ ਤੇਰਾ ਹਰ ਸਾਲ ਆਉਂਦਾ ਹੈ, ਤੇ ਜਿਹੜਾ ਡੈਥ ਡੇ ਆਉਣਾ ਹੈ ਉਹਦਾ ਨਹੀਂ ਚੇਤਾ। ਬਰਥਡੇ ਬਹੁਤ ਜ਼ਿਆਦਾ, ਬਰਥਡੇ ਉਹ ਮਨਾਉਂਦੇ ਨੇ ਜਿਨ੍ਹਾਂ ਨੂੰ ਰੱਬ ਭੁੱਲ ਜਾਏ, ਜਿਨ੍ਹਾਂ ਨੂੰ ਮੌਤ ਭੁੱਲ ਜਾਏ। ਇਹ ਵੀ ਮਰਜ਼ ਕਰਦੇ, ਮੈਂ ਮਨਾ ਨਹੀਂ ਕਰਦਾ, ਪਰ ਇਹ ਮੌਤ ਨੂੰ ਵਿਸਾਰਨ ਵਾਲੀਆਂ ਗੱਲਾਂ ਨੇ, ਔਰ ਜਿਨ੍ਹਾਂ ਨੂੰ ਮੌਤ ਵਿਸਰਦੀ ਏ ਉਹਨਾਂ ਨੂੰ ਰੱਬ ਵੀ ਵਿਸਰਦਾ। ਔਰ ਫਿਰ ਵਧਾਈਆਂ ਦਿੱਤੀਆਂ ਜਾਂਦੀਆਂ, ਵਧਾਈਆਂ ਹੋਣ। ਹੁਣ ਤੇ ਤੁਸੀਂ ਪਹਿਲਾਂ 35 ਸਾਲ ਦੇ ਸੋ, ਐਤਕੀ ਤੁਸੀਂ 36 ਸਾਲ ਦੇ ਹੋ ਗਏ ਹੋ, ਏਦਾਂ ਹੀ ਕਹਿੰਦੇ ਨਾ ਸਾਧ ਸੰਗਤ। ਤੇ ਹੁਣ ਸਾਡਾ ਮੈਥ ਜਿਵੇਂ ਦਾ ਸਾਨੂੰ ਬਚਪਨ ਚ ਸਿਖਾ ਦਿੱਤਾ, ਅਸੀਂ ਸਿੱਖ ਲਿਆ, ਪਰ ਅਸਲ ਮੈਥ ਪਤਾ ਕੀ ਹੈ? ਹਕੀਕਤ ਇਹ ਹੈ ਵੀ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਵੀ ਸਾਲ ਵੱਡਾ ਹੋ ਗਿਆ, ਅੱਜ ਤੇਰਾ ਬਰਥਡੇ ਹੈ, ਉਹ ਬਾਣੀਕਾਰਾਂ ਦਾ ਮੈਥਮੈਟਿਕਸ ਕਹਿੰਦਾ 1 ਸਾਲ ਤੋਂ ਛੋਟਾ ਹੋ ਗਿਆ। जननी जानत सुत बड़ा होता है, इतना को न जाने जे दिन दिन अवध घटत है। दिन ते पहर, पहर ते घरियां, आव घटै, आव उम्र घटै घटदी है, तन छीजै, जिन्नी मर्जी खुराक खवा लईए आहिस्ता आहिस्ता तन छिजना शुरू हो जाता, कमजोर होना शुरू हो जाता। 10 बाल तन 20 रवन, 30 का सुंदर कहावै, 40 पुर होए 85 पग खिसै, 60 के बड़े पावै, 70 का मतहीन, 80 का व्यवहार न पावै, 90 का सेजासनी, फिर सेजा जो गई रह जाता। टंडोलम ढूंढम डिठ मैं नानक, जग धुएं का तौलहर। दिन ते पहर, पहर ते करियां, आव हटै तन छीजै, काल अहेरी, अहेरी कहते शिकारी नूं, मौत शिकारी बन के तेरियां मोहरां ते चढ़ी है, ते तू जन्मदिन मनाण तो तेनू फुरसत नहीं गी। अग्गा नेड़े आ गया है, पिछा दूर रह गया है, और अग्गा मौत है, पिछा जन्म है, तेनू जन्म चेता है, मौत चेता ही कोई, तू जन्मदिन मनांदा फिरदा। काल अहेरी फिरै बदक ज्यों, कहो कवन बिद कीजै, 100 दिन आवन लागा। दूड़ा आयो जमै तना, तिन आग लड़े मैं रहन ना जाए। और देख भज्जे आउंदे ने तेरे वल जम, दूड़ा आयो, दौड़े आउंदे ने, जमै तना, जमा दे पुत्र यानी जवान जम, गभरू जम। दूड़ा आयो जमै तना, ਤਿੰਨ ਆਗ ਲੜੇ ਮੈਂ ਰਹਿਣ, ਉਹਨਾਂ ਸਾਹਮਣੇ ਕੋਈ ਟਿਕ ਨਹੀਂ ਸਕਦਾ ਵੀ ਤੁਹਾਨੂੰ ਮੋੜ ਦੇਾਂਗੇ, ਮੈਂ ਨਹੀਂ ਤੁਹਾਡੇ ਨਾਲ ਜਾਣਾ। ਕੋਈ ਕੋਈ ਸਾਜਨ ਆਏ ਕਹੇ, ਮੇਰੇ ਮੇਰੇ ਬੀਠ ਲਾ ਲੈ ਬਾੜੀ ਬੁਲਾਏ, ਮਿਲ ਮੇਰੇ ਰਮਈਆ ਮੈਂ ਲੈ ਛੜਾ। ਕਬੀਰ ਸਾਹਿਬ ਕਹਿੰਦੇ ਕੋਈ ਵਿਰਲਾ ਵਿਰਲਾ ਪ੍ਰਿਥਵੀ ਤੇ ਆ ਕੇ ਬਾਹਾਂ ਖਿਲਾਰ ਕੇ ਕਹਿੰਦਾ, हे ਪ੍ਰਭੂ ਮੈਨੂੰ ਮਿਲ, हे ਪ੍ਰਭੂ ਮੈਨੂੰ ਬਗਲਗੀਰ ਕਰ ਲੈ, हे ਪ੍ਰਭੂ ਮੈਨੂੰ ਦਰਸ਼ਨ ਬਖਸ਼। ਕੋਈ ਵਿਰਲਾ ਵਿਰਲਾ ਏਦਾਂ ਕਹਿੰਦਾ, ਬਾਕੀ ਵਿਸਾਰ ਦਿੰਦੇ। इसलिए ऐसा नायक राम हमारा, सगल संसार की ओ बनजारा। ਅਸੀਂ ਸਾਰੇ ਬਣਜਾਰੇ ਆ, ਵਪਾਰੀ ਆ, ਤੇ ਜਿਹੜਾ ਵਪਾਰੀ
ਮੂਲ ਧਨ ਨੂੰ ਵੀ ਗਵਾ ਦੇ, ਉਹਦੇ ਨਾਲ ਕਮਾਣਾ ਤੇ ਦੂਰ ਦੀ ਗੱਲ ਹੈ, ਮੂਲ ਵੀ ਗਵਾਈ ਜਾਏ ਫਿਰ ਉਹਦਾ ਰੱਬ ਹੀ ਰਾਖਾ। ਭਾਈ ਜਿਹੜੀ ਸਵਾਸਾਂ ਦੀ ਪੂੰਜੀ ਲਈ ਹੈ, ਜਿਹੜਾ ਉਹਦੇ ਨਾਲ ਉਹਨੂੰ ਸਫਲ ਨਹੀਂ ਕਰਦਾ, ਉਹ ਫਿਰ ਸਫਲ ਵਪਾਰੀ ਨਹੀਂ, ਉਹ ਫਿਰ ਉੱਥੇ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦਾ। ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਨੇ, ਪਾਪ ਪੁੰਨ ਦੋਏ ਬੈਲ ਵਿਸਾਹੇ ਪਵਨ ਪੂੰਜੀ ਪ੍ਰਗਾਸਿਓ। ਹਰੇਕ ਮਨੁੱਖ ਨੇ ਦੋ ਬਲਦ ਖਰੀਦੇ ਹੋਏ ਨੇ, ਮੁੱਲ ਲਏ। ਵਿਸਾਇਓ ਮੈਨੇ ਖਰੀਦੇ ਨੇ, ਖਰੀਦੇ ਮੈਨੇ ਮੁੱਲ ਲਏ ਨੇ। ਦੋ ਢੱਗੇ ਦੋ ਬਲਦ ਹਰੇਕ, ਕਿਉਂਕਿ ਹੁਣ ਤੇ ਟਰੱਕ ਆ ਗਏ, ਹੁਣ ਤੇ ਟ੍ਰੇਨਾਂ ਤੇ ਵੀ ਖੇਪ ਇੱਕ ਥਾਂ ਤੋਂ ਦੂਜੀ ਥਾਂ ਜਾਂਦੀ ਹੈ, ਹੁਣ ਤੇ ਸ਼ਿਪਾਂ ਵਿੱਚ ਜਾਂਦੀ ਹੈ, ਹਵਾਈ ਜਹਾਜ਼ਾਂ ਵਿੱਚ ਜਾਂਦੀ ਹੈ। ਪਰ ਜਦੋਂ ਭਗਤ ਗੱਲ ਕਰਦੇ ਨੇ, ਭਗਤੀ ਲਹਿਰ ਤੇ ਲਗਭਗ 1000 ਸਾਲ ਹੋ ਗਿਆ ਇਸ ਭਗਤੀ ਲਹਿਰ ਨੂੰ, ਜਿਹੜੀ ਹਿੰਦੁਸਤਾਨ ਵਿੱਚ ਬੜੀ ਪ੍ਰਫੁੱਲਤ ਹੋਈ ਸੀ। ਉਦੋਂ ਘੋੜਿਆਂ ਤੇ, ਊਠਾਂ ਤੇ, ਖੱਚਰਾਂ ਤੇ, ਖੋਤਿਆਂ ਤੇ, ਗੱਡਿਆਂ ਤੇ ਭਾਰ ਢੋਇਆ ਜਾਂਦਾ। ਗੱਡਿਆਂ ਦੇ ਅੱਗੇ ਬਲਦ ਜੁੱਪੇ ਹੁੰਦੇ ਸਨ, ਢੱਗੇ ਜੁੱਪੇ ਹੁੰਦੇ ਸਨ। ਧਿਆਨ ਦੇ ਆ ਜੀ। ਹੁਣ ਉਹ ਜਿਹੜਾ ਵਪਾਰ ਕਰਦਾ ਵਪਾਰੀ, ਉਹ ਕਿਸੇ ਬੈਲ ਗੱਡੀ ਵਾਲੇ ਨੂੰ ਕਹਿੰਦਾ ਵੀ ਲੈ ਮੇਰਾ ਸਮਾਨ ਇੱਥੋਂ ਲੱਦ ਕੇ ਲੁਧਿਆਣੇ ਤੋਂ ਭਾਈ ਮੋਗੇ ਛੱਡ ਦੇਈ, ਕਿੰਨੀ ਮਾਇਆ ਲਏਗਾ ਜੀ? ਮੈਂ ਜੀ 5 ਰੁਪਏ ਲਵਾਂਗਾ। ਬਸ ਠੀਕ ਹੈ, ਤੈਨੂੰ 5 ਰੁਪਏ ਦੇ ਦੇਾਂਗੇ, ਤੂੰ ਮੇਰਾ ਸਮਾਨ ਮੋਗੇ ਛੱਡ ਦੇ। ਤਾਂ ਇੱਕ ਉਹ ਸਾਧਨ ਸੀ, ਕਨਵੈਂਸ ਸੀ, ਵਹੀਕਲ ਸੀ। ਉਹਦੇ ਅੱਗੇ ਦੋ ਬਲਦ ਜੁੱਪਦੇ, ਜਿਹਨੂੰ ਕਈ ਇਲਾਕਿਆਂ 'ਚ ਢੱਗਾ ਕਹਿੰਦੇ, ਕਈ ਇਲਾਕਿਆਂ 'ਚ ਬਲਦ ਕਹਿੰਦੇ। ਹੁਣ ਕਬੀਰ ਸਾਹਿਬ ਕਹਿੰਦੇ ਨੇ ਬਈ ਅਸਾਂ ਸਾਰਿਆਂ ਦੇ ਕੋਲ ਦੋ ਦੋ ਬਲਦ ਨੇ, ਦੋ ਦੋ ਢੱਗੇ ਨੇ, ਪਰ ਸਾਨੂੰ ਸਮਝ ਨਹੀਂ ਆਉਂਦੀ। ਇੱਕ ਬਲਦ ਦਾ ਨਾਮ ਪਾਪ ਹੈ, ਇੱਕ ਬਲਦ ਦਾ ਨਾਮ ਪੁੰਨ ਹੈ। ਪਾਪ ਪਹਿਲਾਂ ਲਿਖਿਆ, ਪੁੰਨ ਬਾਅਦ 'ਚ ਲਿਖਿਆ। ਪਤਾ ਕਿਉਂ? ਕਿਉਂਕਿ ਪਾਪ ਸਾਥੋਂ ਜ਼ਿਆਦੇ ਹੁੰਦੇ ਨੇ, ਪੁੰਨ ਘੱਟ ਹੁੰਦੇ ਨੇ। ਇਹ ਵੀ ਮੈਂ ਬੇਨਤੀ ਕਰਦਾ ਵੀ ਗੁਰਮਤਿ ਦਾ ਪੁੰਨ ਕੀ ਹੈ। ਅੱਜ ਜਿਵੇਂ ਗੁਰੂ ਸਾਹਿਬ ਦੇ ਅੱਗੇ ਖੜੇ ਹੁੰਦੇ ਹੋ ਨਾ, ਖੜੇ ਹੋ ਕੇ ਮੱਥਾ ਟੇਕਦੇ ਹੋ, ਇਹਨੂੰ ਪੁੰਨ ਲਿਖਿਆ ਬਾਣੀ ਨੇ। ਕਰ ਸਾਧੂ ਅੰਜਲੀ, ਦੋਵੇਂ ਹੱਥ ਜੋੜ ਕੇ ਮੱਥਾ ਟੇਕ ਗੁਰੂ ਨੂੰ। ਕਹਿਣ ਲੱਗੇ ਕੀ ਹੋਵੇਗਾ? ਕਹਿਣ ਲੱਗੇ ਪੁੰਨ ਵੱਡਾ ਹੈ। ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ। ਕਰ ਡੰਡੌਤ, ਤੇ ਜੇ ਡੰਡੇ ਵਾਂਗੂ ਲੰਮਾ ਪੈ ਕੇ ਟੇਕ ਲੈ ਫਿਰ ਤੇ ਕਹਿਣੇ ਕਿਹਾ ਨੇ, ਇਹ ਵੀ ਪੁੰਨ ਹੈ। ਇਹ ਪੁੰਨ ਹੈ ਗੁਰਮਤਿ ਅਨੁਸਾਰ, ਇਹਨੂੰ ਨਹੀਂ ਕੰਡੈਮ ਕੀਤਾ ਜਾਂਦਾ। ਗੁਰੂ ਨੂੰ ਮੱਥਾ ਟੇਕਣਾ ਸਾਡੇ ਲਈ ਪੁੰਨ ਹੈ। ਜੇ ਇਹ ਪੁੰਨ ਕਰ ਲਿਆ, ਹੋਰ ਕੋਈ ਪੁੰਨ ਨਾ ਵੀ ਕਰੋ ਤੇ ਸਭ ਹੈ। ਪਾਪ ਪਹਿਲਾਂ ਲਿਖਿਆ ਕਿਉਂਕਿ ਸਾਥੋਂ ਪਾਪ ਜ਼ਿਆਦੇ ਹੁੰਦੇ ਨੇ, ਪੁੰਨ ਬਾਅਦ ਵਿੱਚ ਲਿਖਿਆ। ਪਾਪ ਪੁੰਨ ਦੋਏ ਬੈਲ ਵਿਸਾਹੇ। ਹਰੇਕ ਮਨੁੱਖ ਨੇ ਪਾਪ ਤੇ ਪੁੰਨ ਰੂਪੀ ਦੋ ਬੈਲ ਮੁੱਲ ਲਏ ਨੇ। ਪਵਨ ਪੂੰਜੀ ਪ੍ਰਗਾਸਿਓ। ਤੇ ਫਿਰ ਹੁਣ ਕੱਲਾ ਇਹ ਤੇ ਨਹੀਂ ਨਾ ਵੀ ਗੱਡਾ ਲੈ ਕੇ ਟੁਰ ਜੀਏ ਤੇ ਵਪਾਰ ਹੋ ਜਾਏਗਾ, ਕੋਲ ਪੂੰਜੀ ਵੀ ਹੋਣੀ ਚਾਹੀਦੀ ਹੈ। ਪਾਪ ਪੁੰਨ ਦੇ ਸਾਡੇ ਕੋਲ ਦੋ ਬਲਦ ਨੇ, ਤੇ ਪਵਨਾ ਰੂਪੀ ਸਾਡੇ ਕੋਲ ਪੂੰਜੀ ਹੈ। ਪਵਨ ਮੀਨ ਸਵਾਸ। ਵਾਹਿਗੁਰੂ ਨੇ ਸਾਨੂੰ ਸਵਾਸ ਦੇ ਕੇ ਭੇਜਿਆ, ਸਾਲ ਮਹੀਨੇ ਦਿਨ ਦੇ ਕੇ ਨਹੀਂ ਭੇਜਿਆ। ਮੈਂ ਵੀ ਅਰਥ ਕਰਦੇ, ਜੇ ਸਵਾਸ ਛੇਤੀ ਛੇਤੀ ਲੈਂਦੇ ਆ ਤੇ ਕੰਮ ਛੇਤੀ ਵੀ ਨਿਬੜ ਸਕਦਾ। ਜੇ ਸਵਾਸ ਰੋਕਣ ਦੀ ਜੁਗਤ ਆ ਗਈ ਹੈ ਤੇ ਉਹ ਪੀਰੀਅਡ ਖਿੱਚਿਆ ਵੀ ਜਾ ਸਕਦਾ। ਕੇਵਲ ਕਿੰਤੂ ਕਰਨ ਨਾਲ ਗੱਲ ਨਹੀਂ ਬਣੇਗੀ ਵੀ ਜੋਗੀ ਕਿਵੇਂ ਉਮਰ ਵਧਾ ਲੈਂਦੇ ਨੇ। ਉਹ ਵਧਾਈ ਜਾ ਸਕਦੀ, ਸਵਾਸ ਨਹੀਂ ਵਧਾਇਆ ਜਾ ਸਕਦਾ, ਉਮਰ ਵਧਾਈ ਜਾ ਸਕਦੀ, ਪੀਰੀਅਡ ਵਧਾਇਆ ਜਾ ਸਕਦਾ। ਹਰੇਕ ਮਨੁੱਖ ਕੋਲ ਪਾਪ ਤੇ ਪੁੰਨ ਦੇ ਦੋ ਬਲਦ ਨੇ, ਤੇ ਅਸੀਂ ਸਵਾਸਾਂ ਰੂਪੀ ਪੂੰਜੀ ਮਾਲਕ ਕੋਲੋਂ ਲੈ ਕੇ ਆਏ ਹਾਂ। ਔਰ ਤ੍ਰਿਸ਼ਨਾ ਗੂਨ ਭਰੀ ਘਟ ਪੀਤਰ। ਪਰ ਅਸੀਂ ਗਲਤੀ ਕੀ ਕਰ ਗਏ? ਸਾਧ ਸੰਗਤ, ਗੂਨ ਨੂੰ ਠੇਠ ਪੰਜਾਬੀ ਚ ਕਹਿੰਦੇ ਨੇ ਛੱਟ। ਛੱਟ ਨੂੰ ਸੌਖੇ ਸਮਝਣ ਲਈ ਤੁਹਾਡਾ ਧਿਆਨ ਮੈਂ ਦਵਾਵਾਂ, ਤੁਸੀਂ ਕਦੀ ਭੱਠੇ ਤੋਂ ਖੋਤਿਆਂ ਨਾਲ ਇੱਟਾਂ ਢੋਂਦੇ ਕਿਸੇ ਨੂੰ ਵੇਖਿਆ ਹੋਵੇ? ਕਦੀ ਕੋਈ ਸੀਨ ਤੁਹਾਡੇ ਸਾਹਮਣੇ ਲਿਆਓ ਤਾਂ ਗਧੇ ਦੇ ਉੱਤੇ, ਖੋਤੇ ਦੇ ਉੱਤੇ ਇੱਕ ਛੱਟ ਪਾਈ ਹੁੰਦੀ, ਵਿੱਚੋਂ ਥੋੜੀ ਜਿਹੀ ਖਾਲੀ ਹੁੰਦੀ, ਔਰ ਇੱਧਰ ਲਟਕੀ ਹੁੰਦੀ, ਇੱਧਰ ਲਟਕੀ ਹੁੰਦੀ। ਬੈਲੈਂਸ ਬਣਾਉਣ ਲਈ ਇੱਟਾਂ ਬਰਾਬਰ ਪਾ ਦਿੱਤੀਆਂ ਜਾਂਦੀਆਂ, ਉਹਨੂੰ ਛੱਟ ਕਹਿੰਦੇ, ਉਸੇ ਨੂੰ ਗੂਣ ਕਹਿੰਦੇ। ਉਹ ਜਿਹੜੀ ਵਪਾਰੀਆਂ ਕੋਲ ਖੋਤਿਆਂ ਦੀ, ਖੱਚਰਾਂ ਦੀ, ਘੋੜਿਆਂ ਦੀ, ਊਠਾਂ ਦੀ ਛੱਟ ਹੁੰਦੀ ਨਾ, ਉਹਦੇ ਵਿੱਚ ਉਹ ਖੇਪ ਲੱਭਦੇ। ਅਸੀਂ ਉਹਦੇ ਚ ਕੀ ਲੱਭਿਆ? ਤ੍ਰਿਸ਼ਨਾ ਗੂਣ ਭਰੀ। ਅਸੀਂ ਆਪਣੀ ਗੂਣ ਤ੍ਰਿਸ਼ਨਾ ਨਾਲ ਭਰ ਲਈ, ਅਸੀਂ ਆਪਣੀ ਛੱਟ ਤ੍ਰਿਸ਼ਨਾ ਨਾਲ ਭਰ ਲਈ, ਲੋਭ ਨਾਲ ਭਰ ਲਈ।
इन बिद टांड बिसाए। इस तरीके नाल असी सारे सौदा कर रहे हैं, असी सारे खेप खरीद रहे हैं, यानी नाम का सौदा नहीं खरीद रहे, तृष्णा रूपी सौदा खरीद रहे हैं। मिसटेक इत्थे हो गई। पूंजी जिवें किसी कोल धन है, वो उस धन नूं लैके पब चला जाए, क्लब चला जाए, लिक्विड स्टोर चला जाए, गलत थावां ते जाके उन्होंने वेस्ट करे, ते दूजा बंदा उस धन नाल थोक दी चीज किते खरीद के ते परचून विच किते वेच के उहदे नाल उल्टा लाहा प्राप्त करे। जिवें उत्थे ये फर्क है, इसे तरह सवासा रूपी पूंजी नाल कोई पाप करता है ते कोई पुण्य करता है। कोई अच्छे मार्ग ते चलता है ते बाणी कहती है सच्चे मार्ग चलदियां उस्तत करे जहान, ते कोई भैड़े काम करता है ते बाणी कहती है मंदे कमी नानका जद कद मंदा होए। तृष्णा गून भरी घट भीतर इन बिद टांड बिसाए। इस तरह का असीं व्यापार कर रहे हैं जिहड़ा भाई दरगाह विच काम नहीं आउंदा। तो हुण हजूर बख्शिश कर रहे ने भी असीं जिहड़ी पवन पूंजी प्रगासियो ना, ध्यान दिया गया, पवन पूंजी प्रगासियो, पवन रूपी पूंजी, स्वासा रूपी पूंजी लैके आए हैं दरगाह च। कहते ने काम क्रोध दोए भय जगाती मन तरंग बटवारा। बड़ी सोहनी पंक्ति है, समझण वाली, सुर ते जोर दे के, क्या बात। ये जिहड़ी सवासां दी पूंजी इहनूं असीं जाया किवें करने आ। कुछ ते असीं पूंजी काम विच जाया करने आ, कुछ क्रोध विच जाया करने आ, ते कुछ मन तरंग बटवारा इहदे विच सब तो ज्यादा जाया होंदी। कोई जरूरी नहीं भी सारे लोग कामी ने, सारे लोग क्रोधी ने, सारे लोग लोभी ने, पर एक गल समझना, फुरनिया ते काबू जिहड़ा है वो बहुत घट लोगों का। ठीक है, असीं फुरनिया नूं इंप्लीमेंट नहीं करते, पर फुरने इत्थे कहंदे फुरने भी तुहाडे पौन रूपी पूंजी नूं लुट रहे। हुण मान लिया असीं बैठे आ, सुरत किसी होर पासे चली गई, फुरने गलत आ रहे, मन तरंग, मन दे तरंग, जिन्हों फरीद साहब कहते ना भी आज मलावा शेख फरीद कहते जी किवें, कहते टाकिम कूंजड़ियां, कूंजा बड़ी लंबी लंबी प्रवाज, साइबेरिया तो इंडिया, इंडिया तो साइबेरिया। उस तरह साडे मन रूपी कूंजा भी बड़ी लंबी लंबी उड़ान भरदियां। ये जिहड़ियां मन रूपी कूंजा उड़दियां ने, इन्हां नूं कबीर साहब इत्थे मन तरंग कहंदे, इन्हां नूं पॉजिटिव नैगेटिव वाइब्रेशन भी आपां कहने, फुरने भी कहने आ। ये जिहड़े फुरने ने ना, असीं जदों बैठने आ, पता नहीं किन्ना किन्ना चिर, जदों सानूं कोई कहंदा है भी महाराज चाह रख गए सां ते चाह ते ठंडी हो गई है, हुण ओह चाह ठंडी किवें होंदी, मैनूं खिमा करना, क्योंकि फुरने चल पए और फुरनिया ने कोल पई चाह पिला दी और सुरत किते होर उडारी मार गई। निमख में चार कुंट फिर आवे। ये फुरनिया ते काबू पाना बहुत लाजमी है। एक दिन मैनू एक प्रेमी मिलिया, वो मैनू कहन लगा भाई साहब जी बाणी पढ़ने आ ते मन नहीं टिकता। मैं आख्या भी फिर ते गल बन गई, ध्यान दिया जी। वो मैनू कहन लगा जी मन नहीं टिकता। मैं उन्होंने जवाब दिता भी गल बन गई। वो कहन लगा भाई साहब की मजाक करते हो। मैं कहना पिया मन नहीं टिकता ते तुसीं कहंदे हो गल बन गई। मैं कहा भरावा मैं तां कहना गल बन गई है, साडे इत्थे 99% ऐसे लोग ने, उन्हां विचारिਆਂ ਨੂੰ पता ही नहीं भी मन हुंदा की, तन दे विच मन भी हुंदा, पता ही कोई नहीं। बेहोशी दे आलम में जिंदगी लंघ रही, बेहोशी दा आलम पता ही नहीं। इस तन मन मध्य मदन चोर, जिन ज्ञान रतन हिरलीन में मोर। तेनू ये पता लग गया भी मेरे विच एक मन भी है। हुण तेनू ये भी खबर हो गई भी मेरा मन टिकदा नहीं, हुण टिकन लग पेगा। पहलां ते तेनू यही नहीं सी पता भी मन भी हुंदा, फिर तेनू पता लगा मन हुंदा, फिर तेनू पता लगा भी मन चंचल भी हुंदा, मन टिक भी जांदा। हुण तेनू पता लग गया भी मेरे विच मन हैगा, पर वो मन टिकदा नहीं पिया। हुण तू उहनूं टिका लेंगा। तरस ते उन्हां ते आउंदा है जिन्हां नूं ये खबर तक नहीं भी मन नहीं हुंदा है, जिन्हां नूं ये खबर तक नहीं भी मन साडा दौड़दा है, इधर उधर भजदा है।
ਇਹ ਸਾਰੀ ਸਾਧਨਾ ਮਨ ਦੀ, ਤਨ ਦੀ ਨਹੀਂ। ਮੈਂ ਇੱਕ ਬੇਨਤੀ ਕਰਨਾ ਹੁੰਦਾ, ਦਰਾਈ ਵਾਸਤੇ ਮੈਨੂੰ ਖਿਮਾ ਕਰਨਾ, ਇੱਥੋਂ 5 ਸਵਾਰੀਆਂ 에ਅਰਪੋਰਟ, ਇੰਟਰਨੈਸ਼ਨਲ 에ਅਰਪੋਰਟ ਭੇਜਣੀਆਂ ਨੇ, ਤੇ ਤੁਸੀਂ ਗੱਡੀ ਨੂੰ ਠੁੱਡਾ ਮਾਰ ਕੇ ਕਹੋਗੇ ਵੀ ਇਹਨਾਂ ਨੂੰ 에ਅਰਪੋਰਟ ਤੇ ਛੱਡਿਆ। ਤੁਸੀਂ ਡਰਾਈਵਰ ਨੂੰ ਕਹੋਗੇ ਵੀ ਬੇਟਾ ਇਹਨਾਂ ਨੂੰ ਲੈ ਜਾ, ਰਸਤੇ ਵਿੱਚ ਇੱਕ ਅੱਧੀ ਜਗ੍ਹਾ ਰੋਕ ਲਈ, ਇਹ ਬਾਥਰੂਮ ਵਗੈਰਾ ਜਾਉਣਗੇ, ਕਿਸੇ ਚਾਹ ਕੌਫੀ ਲੈਣੀ ਹੋਈ ਲੈ ਲੈਣਗੇ, ਔਰ ਇਹਨਾਂ ਨੂੰ ਛੱਡ ਕੇ ਜਦੋਂ ਇਹਨਾਂ ਦਾ ਬੋਰਡਿੰਗ ਵਗੈਰਾ ਹੋ ਜਾਏਗਾ ਫਿਰ ਤੂੰ ਵਾਪਸ ਆਉਣਾ, ਪਹਿਲੋਂ ਨਹੀਂ ਆਉਣਾ। ਜਦੋਂ ਤੈਨੂੰ ਅੰਦਰੋਂ ਫੋਨ ਕਰਨਗੇ ਵੀ ਸਾਡੀ ਬੋਰਡਿੰਗ ਹੋ ਗਈ ਹੈ, ਵੇਟਿੰਗ ਰੂਮ 'ਚ ਬੈਠਾ, ਫਿਰ ਤੂੰ ਉੱਥੋਂ ਚੱਲ ਪਈ। ਗੱਡੀ ਨੂੰ ਤਾਂ ਨਹੀਂ ਨਾ ਕਹਿੰਦੇ ਪਿਆਰੇ, ਉਹ ਡਰਾਈਵਰ ਨੂੰ ਕਹਿੰਦੇ ਆ ਨਾ। ਹੁਣ ਗੱਡੀ ਕੀ ਹੈ? ਸਰੀਰ। ਡਰਾਈਵਰ ਕੌਣ ਹੈ? ਮਨ। ਤਾਂ ਸਾਰੀ ਸਾਧਨਾ ਮਨ ਦੀ ਹੈ, ਤਨ ਦੀ ਨਹੀਂ। ਮਨ ਨੂੰ ਸਾਧਨਾ, ਮਨ ਸਾਧੇ ਸਿੱਧ ਹੋਏ, ਔਰ ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਤੋ ਸਾਡੇ ਜਿਹੜੇ ਮਨ ਵਿੱਚ ਫੁਰਨੇ ਆਉਂਦੇ ਨਾ, ਮਨ ਤਰੰਗ ਬਟਵਾਰਾ, ਬਟਵਾਰਾ ਡਾਕੂ, ਮਨ ਦੇ ਫੁਰਨੇ ਡਾਕੂ ਬਣ ਕੇ ਸਾਡੀ ਸਵਾਸਾਂ ਦੀ ਪੂੰਜੀ ਨੂੰ ਲੁੱਟ ਰਹੇ ਨੇ। ਅਸੀਂ ਬੜੇ ਫਖਰ ਨਾਲ ਕਹਿੰਦੇ ਆ ਵੀ ਮੈਂ ਤੇ ਹੁਣ 50 ਸਾਲਾਂ ਦਾ ਹੋ ਗਿਆ, ਮੈਂ ਤੇ ਹੁਣ 60 ਸਾਲਾਂ ਦਾ ਹੋ ਗਿਆ। ਤੇ 60 ਸਾਲਾਂ ਦਾ ਹੋ ਗਿਆ ਤੇ ਇਹ ਵੀ ਹਿਸਾਬ ਕਿਤਾਬ ਦੇ 60 ਸਾਲਾਂ ਚ ਕੀਤਾ ਕੀ ਆ? ਹਿਸਾਬ ਦੇ ਨਾ। ਮੈਨੂੰ 10 ਸਾਲ ਹੋ ਗਏ ਨੇ ਕੈਨੇਡਾ ਦੀ PR ਲਈ ਨੂੰ, ਤੇ ਬਾਪੂ ਇਹ ਵੀ ਪੁੱਛਦਾ ਵੀ ਪੁੱਤਰਾ ਮੈਂ ਤੇ 10 ਏਕੜਾਂ ਤੇ ਕਮਾਈ ਕਰਕੇ ਤੇਰੀਆਂ ਭੈਣਾਂ ਦੇ ਵੀ ਵਿਆਹ ਕੀਤੇ, ਉਹਨਾਂ ਨੂੰ ਪੜਾਇਆ ਵੀ, ਤੁਹਾਨੂੰ ਵੀ ਪੜਾਇਆ, ਤੁਹਾਨੂੰ ਵਿਦੇਸ਼ ਵੀ ਭੇਜਿਆ, ਤੂੰ ਦੱਸ ਤੂੰ 10 ਸਾਲ PR ਲੈ ਕੇ ਕੀ ਮੋੜਿਆ ਈ? ਕੋਈ ਦੁਖੀ ਭੇਜੀ ਆ ਕਦੀ? ਤੇਰੀ PR ਨੂੰ ਮੈਂ ਥੋੜੇ ਤੇ ਲਾਵਾਂ ਕਿ ਚੱਟਾਂ? ਆਊਟਪੁੱਟ ਦਿਖਾ ਨਾ। 10 ਸਾਲਾਂ ਦੇ ਦਿਨ ਗਿਣ ਲੈ ਤੇ ਘੰਟੇ ਗਿਣ ਲੈ। ਤੂੰ ਤੇ ਬੜੀਆਂ ਫੜਾ ਮਾਰਨਾ, ਮੈਨੂੰ $30 ਘੰਟੇ ਦੇ ਮਿਲਦੇ ਨੇ, ਮੈਨੂੰ ਹਿਸਾਬ ਕਿਤਾਬ ਵੀ ਦੇ ਨਾ। ਮੇਰੇ ਤੇ ਜੇ ਫਾਰਮ ਵੇਖ ਲੈਂਦਾ ਹੁੰਦਾ ਸੀ ਵੀ ਐਤਕੀ ਸੌਣੀ ਦੇ ਕਿੰਨੇ ਨੇ, ਹਾੜੀ ਦੇ ਕਿੰਨੇ ਨੇ, ਆਪਣਾ ਵੀ ਤੇ ਹਿਸਾਬ ਦੇ ਨਾ। ਜਿਹੜੀ ਸਵਾਸਾਂ ਦੀ ਪੂੰਜੀ ਲੈ ਕੇ ਆਇਆ, 60 ਸਾਲਾਂ ਦਾ ਤੇ ਹੋ ਗਿਆ, ਬਾਪੂ ਨੇ ਤੇਰੇ ਕੋਲੋਂ ਹਿਸਾਬ ਮੰਗਣਾ ਭਾਈ ਉਹ 60 ਸਾਲ ਕੀਤਾ ਕੀ ਸਹੀ। ਇਸ ਲਈ ਕਾਮ ਕ੍ਰੋਧ ਦੋਏ ਭਏ ਜਗਾਤੀ, ਜਗਾਤੀ ਸਮਝਦੇ ਹੋ ਸੌਖੇ ਢੰਗ ਨਾਲ, ਜਿਵੇਂ ਅੱਜ ਕੱਲ ਟੋਲ ਟੈਕਸ ਵਾਲੇ ਬੈਠੇ ਹੋਏ ਭਾਈ, ਲੰਘਣਾ ਹੈ ਤੇ ਇੱਥੇ ਪਰਚੀ ਕਟਾਓ, ਨਹੀਂ ਤੇ ਉਹਨਾਂ ਗੁੰਡੇ ਵੀ ਰੱਖੇ ਹੁੰਦੇ ਨੇ, ਰੱਖੇ ਹੁੰਦੇ ਨਾ, ਬੰਦੂਕਾਂ ਵੀ ਟੰਗੀਆਂ ਹੁੰਦੀਆਂ। ਔਰ ਸਾਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਉਹਦਾ ਕੁਝ ਟੋਲ ਟੈਕਸ ਦਾ ਏਰੀਆ ਹੁੰਦਾ ਹੈ, ਜਿਸ ਏਰੀਏ ਵਿੱਚ ਉਹਨਾਂ ਦੇ ਵਿਸ਼ੇਸ਼ ਅਧਿਕਾਰ, ਉਹਨਾਂ ਦੇ ਹੱਥੋਂ ਬੰਦਾ ਮਰ ਤੱਕ ਜਾਏ ਤੇ ਮਾਰਨ ਵਾਲੇ ਨੂੰ ਫਾਂਸੀ ਨਹੀਂ ਹੋਵੇਗੀ। ਅੱਜ ਹੀ ਜਾ ਕੇ ਕਿਸੇ ਵਕੀਲ ਨੂੰ ਪੁੱਛ ਲਿਆ ਜੀ ਬਾਹਰ, ਉਹਨਾਂ ਦੇ ਹੱਕ ਵਿੱਚ ਬਹੁਤ ਕੁਛ ਵਿਸ਼ੇਸ਼ ਅਧਿਕਾਰ ਦਿੱਤੇ ਹੋਏ। ਉਹ ਫਿਰ ਕਹਿੰਦੇ ਵੀ ਦੇਗਾ ਤੇ ਅੱਗੇ ਜਾਏਗਾ, ਨਹੀਂ ਤੇ ਨਹੀਂ ਜਾ ਸਕਦਾ। ਇਹ ਕਾਮ ਤੇ ਕ੍ਰੋਧ ਟੋਲ ਟੈਕਸ ਲਗਾ ਕੇ ਬੈਠੇ, ਉਹ ਸਾਡੀ ਪੌਣਾ ਦੀ ਪੂੰਜੀ ਨੂੰ ਲੁੱਟ ਰਹੇ। ਉਹ ਕਹਿੰਦੇ ਰੱਖ ਇੱਥੇ, ਜੇ ਸਾਡੇ ਰਸਤੇ ਤੋਂ ਲੰਘਣਾ ਹੈ ਤੇ ਫਿਰ ਦੇਣੇ ਪੈਣਗੇ, ਤੇ ਜੇ ਤੂੰ ਗੁਰਮਤਿ ਗਾੜੀ ਰਾਹ ਥਾਂ ਜਾਣਾ ਭਾਈ, ਉੱਥੇ ਸਾਡੀ ਪੇਸ਼ ਨਹੀਂ ਜਾਂਦੀ, ਉਧਰੋਂ ਦੀ ਲੰਘ ਜਾ, ਉੱਥੇ ਤੇ ਸਾਡਾ ਕੋਈ ਟੋਲ ਟੈਕਸ ਨਹੀਂ। ਇਹ ਤੇ ਹੋ ਗਿਆ ਕਾਮ ਤੇ ਕ੍ਰੋਧ। ਫਿਰ ਪਿਆਰਿਓ, ਮਨ ਦੇ ਫੁਰਨੇ ਵੀ ਸਾਡੀ ਪੂੰਜੀ ਨੂੰ ਲੁੱਟਦੇ ਨੇ। ਬੈਠਿਆਂ ਬੈਠਿਆਂ ਫੁਰਨੇ ਆਉਣ ਲੱਗ ਪਏ, ਬਚਪਨ ਵਿੱਚ ਚਲੇ ਗਏ, ਕਿਸੇ ਪੁਰਾਣੇ ਘਟਨਾਕ੍ਰਮ ਚਲੇ ਗਏ, 10 ਮਿੰਟ 20 ਮਿੰਟ ਅੱਧਾ ਘੰਟਾ ਘੰਟਾ ਲੰਘ ਗਿਆ, ਪਤਾ ਹੀ ਨਹੀਂ ਲੱਗਾ। ਹੁਣ ਉਹ ਕੀ ਹੋਇਆ? 1 ਘੰਟੇ ਦੇ ਸਵਾਸ ਸਾਡੇ ਫੁਰਨਿਆਂ ਨੇ ਸਾਡੇ ਤੋਂ ਲੁੱਟ ਲਏ। ਬਾਰੀਕ ਨੇ ਬਚਨ ਪਰ ਸਮਝਣ ਵਾਲੇ। ਕਬੀਰ ਸਾਹਿਬ ਕਹਿ ਰਹੇ ਨੇ, ਕਾਮ ਕ੍ਰੋਧ ਦੋਏ ਭਏ ਜਗਾਤੀ, ਮਨ ਤਰੰਗ ਬਟਵਾਰਾ। ਮਨ ਦੇ ਤਰੰਗ, ਮਨ ਦੇ ਫੁਰਨੇ, ਜਦੋਂ ਉਹ ਫੁਰਨੇ ਆ ਰਹੇ ਸਨ ਉਦੋਂ ਵਾਗਰੂ ਵਾਗਰੂ ਕਰਦੇ ਤੇ ਲਾਹਾ ਹੁੰਦਾ। ਫੁਰਨਿਆਂ ਵਿੱਚ ਜਿਹੜਾ ਵਕਤ ਗਵਾ ਦਿੱਤਾ ਉਹ ਸਾਡਾ ਨੁਕਸਾਨ ਹੋ ਗਿਆ। ਕਾਮ ਕ੍ਰੋਧ ਵਿੱਚ ਵਕਤ ਗਵਾ ਦਿੱਤਾ, ਉਹ ਵਕਤ ਜ਼ਾਇਆ ਹੋ ਗਿਆ। ਤੁਸੀਂ ਕਿਹਦੇ ਨਾਲ ਲੜੋਗੇ? ਬਾਹਰ ਸੜਕਾਂ ਦੇ ਉੱਤੇ ਨਿਕਲੋ। ਸਾਡੇ ਇੱਥੇ 1% ਲੋਕ ਵੀ ਸਹੀ ਢੰਗ ਨਾਲ ਡਰਾਈਵਿੰਗ ਨਹੀਂ ਕਰਦੇ। ਜਿਸ ਥਾਂ ਜਾਣਾ ਉਹਦਾ ਕੋਈ ਪਤਾ ਨਹੀਂ, ਕਨਫਿਊਜ਼ ਨੇ, ਔਰ ਕਨਫਿਊਜ਼ਨ ਵਿੱਚ ਹੌਲੀ ਹੌਲੀ ਜਾ ਰਹੇ ਨੇ। ਕਿਤੇ ਰੋਕ ਲਈ, ਕਿਤੇ ਸੱਜੇ ਕਰ ਲਈ, ਕਿਤੇ ਖੱਬੇ ਕਰ ਲਈ। ਭਲਿਆ ਇਹਨੂੰ ਸਾਈਡ ਤੇ ਲਗਾ ਕੇ ਰੋਕ ਕੇ ਉਤਰ ਕੇ ਕਿਸੇ ਨੂੰ ਮੰਜ਼ਿਲ ਪੁੱਛ ਲੈ। ਹੁਣ ਮੰਨ ਲਿਆ ਬਈ ਇੱਕ ਵਿਅਕਤੀ ਨੇ ਜਗਰਾਉਂ ਪੁਲ ਤੋਂ ਭਾਰਤ ਨਗਰ ਚੌਂਕ ਵੱਲ ਨੂੰ ਆਉਣਾ,
और टेढ़ा जिहा करके उत्थे आटो ला दिता। मैनूं खिमा करना, $1 अमेरिका का ते ₹1 इंडिया का 1947 च पैरलल सन। हुण वो राष्ट्र का नुकसान किवें होया, इकोनॉमी बारे जे समझ रखते हो, मैं छोटी जी एग्जाम्पल दियां, उन्हें उत्थे टेढ़ा करके ला दिता। भारत नगर चौंक, भारत नगर चौंक, भारत नगर चौंक, वो पिछे ट्रैफिक चली गई अद्धे किलोमीटर तक, और वो खड़ा 5 मिनट। भी 2 सवारियां लैके जानियां ने, जो मर्जी हो जाए। हुण ओहदियां 2 सवारियां लैण लई अद्धे किलोमीटर तक जाम लगा है। अद्धे किलोमीटर च वहीकल गिन लो किन्ने ने, और वो जिन्ने इंडियन लोग ने उन्हां दा टाइम, उन्हां दी एनर्जी और उन्हां दा फ्यूल वो वेस्ट हो रहा है, और उहदे नाल पोल्यूशन वध रहा है। मैं देखिया एक कंट्री च 2 बसां इक्को रूट ते आ रही ने, उन्होंने एक स्टैंड के उत्ते दोवें बसां रोकियां, और एक ने अपनियां सारियां सवारियां उहदे ते चाड़ के बस नूं उत्थे रोक लिया। मैं आख्या भी ये की, असीं भी उहदे ते सैजली स्ट्रीट जा रहे सां, इधरों वैस्ट ब्रह्म वाली साइड तो सैजली स्ट्रीट जा रहे सां, क्योंकि उत्थे हफ्ते हफ्ते के प्रोग्राम हुंदे ने, और दोपहर का दीवान संडे का ला के सब आपो अपने बैग प्रचारक रागी टाडी चक लेंदे ने, नैक्सट गुरुद्वारे जाना। तो मोस्टली बसां ते इंग्लैंड विच सफर होंदा। मैं जी ये की, वो कहंदे इस राष्ट्र का धन बचाते हैं। जदों एक बस की कैपेसिटी 200 सवारी की है, 100 की है, डबल ने, तो 10-10 सवारियां लैके क्यों पजाण? इन्होंने एक नूं रोक दिता है, इक्को विच सारे सैजली स्ट्रीट तक जाओ। जदों सीटां हैगियां ने, क्यों तुसीं फ्यूल वेस्ट करते हो? तो साडे इत्थे की हाल है, इस पासे किसी का कोई ध्यान नहीं गा। छोटियां छोटियां गल्लां जिहड़ियां बहुत ज्यादा मायने रखदियां। तो ये तो हो गया एक धरातल के उत्ते पक्ष। इस तरह दुनियावी पक्ष के नाल जे कंपेयर करिए असी निरंकारी नूं, उत्थे भी असी कई बार कुछ चीज़ां वेस्ट करने, काम विच वेस्ट हो गई, क्रोध विच वेस्ट हो गई, सारिਆਂ ਨੂੰ ਅਸੀਂ ਮੱਤਾਂ ਦਿੰਦੇ ਆ ਮੇਰੇ ਸਮੇਤ, पर आप असी ये नहीं देखते भी मेरी ड्राइविंग किद्दां दी है, मैं पार्किंग किद्दां लानी है। अपने कोल इत्थे हुण पार्किंग की समस्या, असी गड्डी स्कूटर बाइक पार्क करन लगे जे थोड़ा जिहा ध्यान दे लईए बई इत्थे जगह बचदी है, इत्थे लाण नाल कोई दूजा भी लिया के ला सकदा है, इत्थे लाण नाल किसी नूं दिक्कत आ सकदी है, रोड ते जांदिआं असी इन्हां गल्लां दा ध्यान रख लईए। हुण नौजवान जिहड़े ने विदेशां 'च क्यों भज रहे हैं? जिहड़ा वातावरण उन्हां नूं उत्थे मिलदा है, वो कहंदे ने इत्थे असी क्रिएट ही नहीं कर सकना, संभव ही नहीं गा, पॉसिबल ही नहीं गा। तो खैर ये मेरा विषा नहीं गा। तो असी जाया करने आ पाउण रूपी पूंजी नूं मन दे फुरनिਆਂ विच। कबीर साहब कहंदे ने ना करो। तृष्णा गून भरी घट भीतर इन विद टांड बसायो, काम क्रोध दोय भय जगाती मन तरंग बटवारा, पंच तत मिल दान नबेरा। 5 तत्तां दा शरीर मिल दान नबेरा, ये सानू दान विच मिलिया। कबीर साहब कहंदे ये जिहड़ा शरीर है ना, इहदी असी कीमत अता नहीं की, ये उन्हें सानू तरस करके दिता। जिवें सानू कोई तरस करके अपनी पुरानी मोटर दे रहा, मैं नवीं ले ली है, तेरे तो लई नहीं जानी, चल तू लै जा। ये कई बार इस तरह हुंदा है ना। 3.5 किलोमीटर पंध हुंदा सी जिथों मैं पैदल तुर के पढ़न जाता हुंदा सी, हरियाणे दा पिंड। ते साडे एक चंडीगढ़ पुलिस दे विचों रिटायर होके आए सरदार पाला सिंह विरक, उन्हें मैनू रोज वेखना पैदल जाते। रस्ते च एक नहर सी, उहदा पुल कोनी सी। जिन्ने मुंडे कुड़ियां पढ़न जाते सन उस नहर दे विचों दी लंघ के जाते सन। पोह दे दिनां च भी कपड़े भेज जाते सन सारे, यकीन जाणिया। और मुंडिया ने ते कपड़े ला के निचोड़ लेने, लड़कियां ने वो भी ना करना। और किदां दी परिस्थितियां होणगियां तुसीं अनुमान लगाओ। ते उन्हें मैनू रोज जाते नूं पैदल देखना। उन्हें एक दिन पूछया भी नानके पिंड रहिंदे सा, नानका पिंड सी, सारे थोड़ा जिहा हो ही जाता 2 करके। उन्हें पूछया नौकरां नूं भी ये मुंडा पैदल जाता, बाकी मुंडे ते साइकिलां ते जांदे ने, ते ये मुंडा किन्हां दा है? ये जिमींदारां दा मुंडा है। वो कह लगे भी जिमींदारां दा ही है, माली हालत बहुत कमजोर है। उन्हां दे घर एक पुराना साइकिल पिया होया सी। हुण मैनू वापसी ते सद्दिया ते स्टोर चों साइकिल कट के दिता, ते मैनू कहन लगा भी इहदी रिपेयर करा लै। मैं कहा जी मैं ते करा नहीं सकदा। फिर रिपेयर भी मैनू उन्हें करा के दित्ती। तो कदी कदी इस तरह हुंदा है ना बई वो साडे वाली तूं ले लै, कोई गल नहीं, तैनूं दान दित्ती। निरंकार ने सानू शरीर भी दान च दिता है भी जा भलिया इहदे नाल कुछ कमाल है, तेरा अग्गा सौर जाएगा। पर जे बई इहनूं फिर सवासां नूं बिना वजह जाया करिए
ਤੇ ਫਿਰ ਜਿਹਨ ਦਾਨ ਦਿੱਤਾ ਉਹਨੂੰ ਵੀ ਹਰਖ ਆਉਂਦਾ ਵੀ ਇਹਨੂੰ ਤੇ ਨਾ ਹੀ ਦਿੰਦੇ ਤੇ ਚੰਗਾ ਸੀ। ਇਨ ਬਿਦ ਟਾਂਡ ਵਿਸਾਇਓ। ਕਬੀਰ ਸਾਹਿਬ ਕਹਿੰਦੇ ਨੇ ਪੰਚ ਤਤ ਮਿਲ ਦਾਨ ਨਵੇੜੈ। ਇਹ ਪੰਜਾਂ ਤਤਾਂ ਦਾ ਸਰੀਰ ਜਿਹੜਾ ਦਾਨ ਚ ਮਿਲਿਆ ਨਾ, ਇਹ ਸਾਰੀ ਪੂੰਜੀ ਕਾਮ ਕ੍ਰੋਧ ਤੇ ਮਨ ਦੇ ਫੁਰਨੇ ਨਵੇੜ ਦਿੰਦੇ ਨੇ, ਚੰਗੇ ਪਾਸੇ ਲੱਗਣ ਹੀ ਕੋਈ ਨਹੀਂ ਦਿੰਦੇ, ਇਹਨਾਂ ਨੂੰ ਖਤਮ ਕਰ ਦਿੰਦੇ। ਟਾਂਡਾ ਉਤਰਿਓ ਪਾਰਾ। ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਗਿਆ। ਮੈਂ ਇੱਕ ਦਿਨ ਦੱਸਿਆ ਸੀ, ਫਿਰ ਦੱਸ ਰਿਹਾ ਟਾਂਡਾ ਕਿਹਨੂੰ ਕਹਿੰਦੇ। ਮੰਨ ਲਿਆ ਵੀ 50 ਗੱਡਿਆਂ ਦੇ ਉੱਤੇ ਸਮਾਨ ਲੱਦਿਆ ਹੈ, ਔਰ ਉਹ 50 ਗੱਡਿਆਂ ਦੀ ਜਿਹੜੀ ਸ਼੍ਰਿੰਖਲਾ ਹੈ, ਜਿਹੜਾ ਕਾਫਿਲਾ ਹੈ, ਉਹਨੂੰ ਬਿਲਕੁਲ ਬਰੀਫ ਚ ਕਹਿਣਾ ਹੋਵੇ ਤੇ ਉਹ ਕੀ ਹੈ? ਉਹ ਟਾਂਡਾ। ਉਹਨੂੰ ਟਾਂਡਾ ਕਹਿੰਦੇ। ਮੇਰਾ ਟਾਂਡਾ ਲਾ ਦਿਆ ਜਾਏ। ਪਰ ਵਪਾਰ ਦਾ ਸਮਾਨ, ਇਹ ਨਹੀਂ ਵੀ ਉਹਦੇ ਤੇ ਡੈਡ ਬੋਡੀਆਂ ਲੱਦੀਆਂ ਹੋਣ ਤੇ ਉਹ ਟਾਂਡਾ। ਉਹ ਟਾਂਡਾ ਨਹੀਂ। ਇਸ ਭਾਵਨਾ ਨਾਲ ਜਿਹਦੇ ਵਿੱਚ ਇੱਕ ਕਾਫਲੇ ਨੂੰ ਲੱਦਿਆ ਹੋਇਆ ਵੀ ਇੱਥੋਂ ਸਸਤਾ ਖਰੀਦ ਕੇ ਅੱਗੇ ਮਹਿੰਗਾ ਵੇਚਣਾ, ਟਾਂਡਾ ਉਸ ਸੈਂਸ ਵਿੱਚ ਵਰਤਿਆ ਜਾਂਦਾ। ਤੋ ਸਾਰੇ ਲੋਕ ਤ੍ਰਿਸ਼ਨਾ ਦਾ ਸਮਾਨ ਲੈ ਕੇ ਹੀ ਪਾਰ ਜਾ ਰਹੇ ਨੇ, ਲੋਕ ਤੋਂ ਪਰਲੋਕ। ਤ੍ਰਿਸ਼ਨਾ, ਜ਼ਿਆਦਾਤਰ ਲੋਕ ਤ੍ਰਿਸ਼ਨਾ ਦਾ ਗੱਡਾ ਭਰ ਕੇ ਜਾ ਰਹੇ, ਨਾਮ ਦਾ ਗੱਡਾ ਭਰ ਕੇ ਤੇ ਕੋਈ ਜਾ ਹੀ ਨਹੀਂ ਰਿਹਾ। ਇਹ ਕਬੀਰ ਸਾਹਿਬ ਕਹਿ ਰਹੇ। ਹੁਣ ਅੰਤਲੇ ਬੋਲ ਮੈਂ ਆਪ ਜੀ ਦੀ ਨਜ਼ਰ ਕਰਾਂ। कहत कबीर सुनो रे संतो। गुरमुख प्यारिओ ध्यान नाल मेरी गल सुनो। अब ऐसी बाण आई। हुण कई जीव इस तरह के ने, उन्हां दी अवस्था इस तरह की बन गई। कहणगे किस तरह की बन गई है? घाटी चढ़त बैल एक थाका, चलो गोण छिटका। ये पंक्ति समझण वाली। घाटी ते तुसीं समझदे हो, पहाड़ी उच्चा रस्ता, जदों असीं उचाई नूं चढ़ना होवे ना, उहनूं घाटी कह दिंदे। एक ते पहाड़ी रस्ता ते एक अगे उचाई ते एक पंड वड्डी। जिहड़ा शब्द गुरु नानक साहब ने सज्जण दे लई उचारण कीता सी ना, अंधले भार उठाया डूगर वाट बहुत, अखी लोड़ी ना लाह हूं चढ़ लंघा कित। महाराज आख्या सज्जन तेरी अवस्था यह है बई जिवें कोई बंदा अन्ना होवे ते दूजी गल ओहदे सिर दे उत्ते वड्डी भार दी होवे पंड, ते तीजी गल रस्ता ओहदा होवे पहाड़ी, ते फिर ओहदा की बनेगा? अंधले भार उठाया डूगर। डूगर तो ही डोगरा शब्द बनया ना, डोगरा पहाड़ी नूं कहिंदे ने, डोगरा पहाड़ीए नूं कहिंदे। डूगर वाट, वाट मैंने पैंडा, ते अखी लोड़ी नाल अखां तो दिसदा नहीं हूं चाड़ लंघा कि मैं किवें चढ़ा ते किवें पहाड़ां चों लंघा। बड़ा औखा है। इत्थे भी कबीर साहब महाराज कहंदे ने बई घाटी दे उत्ते चढ़दियां दो बैल सन ना, एक पाप दा एक पुन्न दा। जिहड़ा पाप रूपी बैल सी ना, वो मेरा बैल ही भज गया। वो चढ़दियां चढ़दियां ਉਹਨੇ ਪਾਪ ਵਾਲੀ ਛੱਟ ਚਲਾ ਕੇ ਮਾਰੀ ਤੇ ਉਥੋਂ ਇੱਕਦਮ ਚੰਪਤ ਹੋ ਗਿਆ, ਮੇਰੇ ਹੱਥ ਹੀ ਨਹੀਂ ਆਇਆ। ਘਾਟੀ ਚੜਤ ਬੈਲ ਇੱਕ ਥਕ, ਯਾਨੀ ਮੇਰੇ ਜਿਹੜਾ ਪਾਪਾਂ ਰੂਪੀ ਬਲਦ ਸੀ ਤੇ ਪਾਪ ਰੂਪੀ ਬਲਦ ਤੇ ਜਿਹੜੀ ਤ੍ਰਿਸ਼ਨਾ ਰੂਪੀ ਖੇਪ ਲੱਦੀ ਸੀ, ਨਾ ਉਹ ਬਲਦ ਰਿਹਾ ਨਾ ਉਹ ਖੇਪ ਰਹੀ। ਹੁਣ ਮੇਰੇ ਕੋਲ ਪੁੰਨ ਵਾਲਾ ਬਲਦ ਰਹਿ ਗਿਆ, ਉਹਦੇ ਉੱਤੇ ਮੈਂ ਨਾਮ ਰੂਪੀ ਪੂੰਜੀ ਲੱਦੀ ਏ, ਹੁਣ ਮੈਨੂੰ ਕੋਈ ਖਤਰਾ ਨਹੀਂਗਾ। ਘਾਟੀ ਚੜਤ ਬੈਲ ਇੱਕ ਥਾਕਾ, पाप रूपी बैल थक गया, चलो गोण छिटकाई। ये जड़ा चलो है इत्थे तुसीं दूर बैठो, मैं नेड़े बैठा, ये चलो चचा लल्ले नूं होड़ा है ते लल्ले च छोटा जिहा बरीक जिहा यया उकरिया। इहदा अर्थ चलिओ, चलिओ गोण छिटकाई। ओने वो छट सुट दित्ती ते भज गया। हुण पाप मेरे मगरों लै गया, तृष्णा भी मेरे मगरों लै गई, मेरे कोल रह गया पुन्न, और मेरे को जिहड़ी छट है उहदे च तृष्णा दी थां ते परमात्मा दा नाम है। हुण जिहड़ी मैं पवन पूंजी प्रकाशिओ लैके आया सा ना, सवासां दी पूंजी, मैं हुण कह सकना भी वो पूंजी मेरी सफल होण दे करीब है। तो प्यारिओ निचोड़ ये है बई वागुरू सानू सारिआं नू इस पृथ्वी ते वणज करन लई भेजदा है। पूंजी दे थां दे उत्ते सवासां दी पूंजी दिंदा है,
ਔਰ ਸਵਾਸਾਂ ਦੀ ਪੂੰਜੀ ਲੈ ਕੇ ਸਾਨੂੰ ਉਹ ਜਿਹੜੇ ਕਾਰਜ ਲਈ ਭੇਜਦਾ ਹੈ ਭਾਈ, ਉਹ ਕਾਰਜ ਹੈ ਬਾਣੀ ਪੜ੍ਹਨੀ, ਨਾਮ ਜਪਣਾ, ਮਨੁੱਖਤਾ ਦੀ ਸੇਵਾ ਕਰਨੀ, ਸ਼ੁਭ ਕਰਮ ਕਰਨੇ। ਪਰ ਜੇ ਉਸ ਪੂੰਜੀ ਨਾਲ ਸ਼ੁਭ ਕਰਮ ਨਹੀਂ ਕੀਤੇ ਫਿਰ ਉਹ ਪੂੰਜੀ ਜ਼ਾਇਆ ਹੋ ਜਾਂਦੀ। ਇਸ ਵਾਸਤੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। आओ समाप्ति करिए, एक बारी सारी संगत रचना पवित्र करो ते आखो जी, भजो गोबिंद भूल मत जाओ, भजो गोबिंद भूल मत जाओ। मानस जन्म का एही लाओ, मानस जन्म का एही लाओ, मानस जन्म। मानस जन्म का एही लाओ, मानस जन्म का एही लाओ, मानस। सतगुरु किरपा करन, ਅਸੀਂ ਕੇਵਲ ਗੱਲਾਂ ਕਰਨ ਤੇ ਸੁਣਨ ਤੱਕ ਹੀ ਸੀਮਤ ਨਾ ਰਹਿ ਜਾਈਏ। ਅਰਦਾਸ